सबना दावे साहो, जिस पास बैठिया सोही आए। सबना दावे साहो। सतनाम श्री वाहिगुरु साहिब जी। तेलंग महला चौथा। हर किया कथा कहानियाँ, गुरमीत सुनाइया। बलिहारी गुर अपने, गुर कौ बल जाइया। हर किया कथा कहानियाँ, गुरमीत सुनाइया। बलिहारी गुर अपने, गुर कौ बल जाइया। आए मिल गुर सिख आए मिल, तू मेरे गुरु के प्यारे। आए मिल गुर सिख आए मिल, तू मेरे गुरु के प्यारे। रहाओ। वाहिगुरु जी का खालसा, वाहिगुरु जी की फतेह। जुग जुग अटल चवर छतर, तख्त दे मालक दसां ही पातशाहियों की आत्मक जोत। धन धन साहिब श्री गुरु ग्रंथ साहिब महाराज सच्चे पातशाह जी दी पावन पवित्र हजूरी अंदर गुरुद्वारा मंजी साहिब दीवान हाल सचखंड श्री हरमंदर साहिब श्री अमृतसर साहिब जी विखे ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਆਸ਼ਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਅੰਮ੍ਰਿਤਮਈ ਪਾਵਨ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ। ਉਸ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਆਪ ਸਮੁੱਚੀਆਂ ਸੰਗਤਾਂ ਕਰੋ ਕਿਰਪਾ, ਦਿਓ ਅਸੀਸ। ਸਾਰੇ ਹੀ ਰਸਨਾ ਕਰੋ ਪਵਿੱਤਰ, प्यार सत्कार सहित लवाओ हाजरियां। उचारण करो जी सतनाम श्री वाहिगुरु साहिब जी। सतनाम श्री वाहिगुरु साहिब जी। सतनाम श्री वाहिगुरु साहिब जी। तेलंग महला चौथा। अज दा पावन मुख वाक तेलंग राग दे अंदर सोढ़ी सुल्तान पिता साहिब श्री गुरु रामदास महाराज जी का उचारण किया होया ये पावन शब्द है। ये पावन शब्द धन गुरु श्री गुरु ग्रंथ साहिब महाराज जी दे 725 अंग उपर ये पावन शब्द सुशोभित है। इस पावन शब्द के अंदर सतगुरु जी ने हरि प्रभु परमात्मा दियाँ परमेश्वर दियाँ कथा कहानियाँ गुरु वल्लों गुरु दे मुख तो सिख नूं उपदेश द्वारा दर्शाइयां इत्थे दसियां हन। क्योंकि संगत जी
ਗੁਰੂ ਕਾਲ ਤੋਂ ਹੀ ਸਤਿਗੁਰਾਂ ਦੇ ਜੀਵਨ ਕੌਤਕਾਂ ਦੀਆਂ ਜੋ ਕਥਾ ਕਹਾਣੀਆਂ ਸਨ, ਉਹ ਗੁਰਸਿੱਖ ਪਿਆਰੇ ਜਿੱਥੇ ਵੀ ਪ੍ਰਚਾਰ ਲਈ ਜਾਂਦੇ, ਉੱਥੇ ਸਤਿਗੁਰਾਂ ਦੇ ਕੌਤਕਾਂ ਦੀਆਂ ਕਹਾਣੀਆਂ ਕਥਾ ਰੂਪ ਦੇ ਵਿੱਚ ਪ੍ਰਮਾਣਾ ਸਹਿਤ ਸੰਗਤਾਂ ਨੂੰ ਸਰਵਣ ਕਰਵਾਉਂਦੇ। ਭਾਈ ਗੁਰਦਾਸ ਜੀ ਦਾ ਵੀ ਜ਼ਿਕਰ ਆਇਆ ਹੈ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਪ੍ਰਚਾਰ ਵਾਸਤੇ ਬਾਹਰ ਜਾਂਦੇ ਤੇ ਕਈ ਇਲਾਕਿਆਂ ਵਿੱਚ ਵਿਚਰ ਕੇ ਭਾਈ ਗੁਰਦਾਸ ਜੀ ਨੇ ਸਤਿਗੁਰੂ ਜੀ ਦੇ ਕੌਤਕਾਂ ਦੀਆਂ ਕਥਾ ਕਹਾਣੀਆਂ ਸੰਗਤਾਂ ਨੂੰ ਪ੍ਰਮਾਣਾ ਸਹਿਤ ਸਰਵਣ ਕਰਵਾਈਆਂ। ਉਹਨਾਂ ਦੇ ਮਨ ਅੰਦਰ ਸਤਿਗੁਰਾਂ ਦੀਆਂ ਕਥਾ ਕਹਾਣੀਆਂ ਸਰਵਣ ਕਰਕੇ ਗੁਰੂ ਸਾਹਿਬਾਨਾਂ ਪ੍ਰਤੀ, ਪ੍ਰਭੂ ਪ੍ਰਤੀ ਜਿਹੜੀ ਸ਼ਰਧਾ ਸੀ ਉਹ ਉਤਪੰਨ ਹੋਈ। ਜਿਸ ਵਕਤ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਹੁੰਦੀ ਰਹੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਵੀ, ਇਹ ਜਿਹੜਾ ਬਾਹਰ ਥੜਾ ਸਾਹਿਬ ਸਥਾਨ ਹੈ, ਜਿਸ ਹਾਲ ਦੇ ਵਿੱਚ ਆਪਾਂ ਬਿਰਾਜਮਾਨ ਹਾਂ, ਗੁਰਦੁਆਰਾ ਮੰਜੀ ਸਾਹਿਬ ਸਥਾਨ, ਇੱਥੇ ਬਿਰਾਜਮਾਨ ਹੋ ਕੇ ਆਈਆਂ ਸੰਗਤਾਂ ਨੂੰ ਗੁਰੂ ਸਾਹਿਬਾਨਾਂ ਦੀਆਂ, ਪ੍ਰਭੂ ਦੀਆਂ ਕਥਾ ਕਹਾਣੀਆਂ ਆਪਣੇ ਮੁਖਾਰਬਿੰਦ ਤੋਂ ਸਰਵਣ ਕਰਾਉਂਦੇ। ਧੰਨ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਅਤੇ ਸਤਿਗੁਰੂ ਜੀ ਨੇ ਆਪਣੇ ਮੁਖਾਰਬਿੰਦ ਤੋਂ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸੰਪੂਰਨ ਗੁਰਬਾਣੀ ਦੀ ਕਥਾ ਸਤਿਗੁਰੂ ਜੀ ਨੇ ਸਿੰਘਾਂ ਨੂੰ ਸਰਵਣ ਕਰਵਾਈ। ਕਥਾ ਸਰਵਣ ਕਰਨ ਵਾਲੇ ਜਿਹੜੇ ਮੁਖੀ ਸਿੰਘਾਂ ਦਾ ਨਾਮ ਗੁਰਦੁਆਰਾ ਦਮਦਮਾ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਲਿਖਿਆ ਹੋਇਆ। ਉਹ 48 ਸਿੰਘਾਂ ਵਿੱਚੋਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ, ਭਾਈ ਮਨੀ ਸਿੰਘ ਸਾਹਿਬ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਅੰਮ੍ਰਿਤਮਈ ਬਾਣੀ ਦੀ ਕਥਾ ਸਰਵਣ ਕੀਤੀ ਅਤੇ ਦੇਹਾਂ ਸਮੇਤ ਹੀ ਮੁਕਤ ਹੋ ਗਏ। ਐਸੀ ਸਤਿਗੁਰਾਂ ਦੀ ਪਾਵਨ ਬਾਣੀ ਦੀ ਕਥਾ ਹੈ। ਸੁਣ ਹਰ ਕਥਾ ਉਤਾਰੀ ਮੈਲ, ਜਿਸ ਪਾਵਨ ਕਥਾ ਨੂੰ ਸਰਵਣ ਕਰਨ ਦੇ ਨਾਲ ਮਨ ਦੀ ਮੈਲ ਉਤਰ ਜਾਂਦੀ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ। ਸਭ ਤੋਂ ਉੱਤਮ ਕਥਾ ਹੈ ਉਹ ਪ੍ਰਭੂ ਦੀ ਕਥਾ ਹੈ, ਜਿਸ ਨੂੰ ਸਰਵਣ ਕਰਨ ਦੇ ਨਾਲ ਸਾਰੇ ਦੁੱਖ ਦਲਿੱਦਰ ਉਤਰ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਰਮੇਸ਼ਰ ਦੀ ਨਿਰੋਲ ਕਥਾ ਜਿਹੜੀ ਹੈ ਉਹ ਸਤਿਗੁਰੂ ਜੀ ਨੇ ਵਖਿਆਨ ਕੀਤੀ ਹੈ। ਸੰਗਤ ਜੀ, ਇਹ ਜਿਹੜਾ ਪਾਵਨ ਸ਼ਬਦ ਸੋਢੀ ਸੁਲਤਾਨ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ, ਆਓ ਸਰਵਣ ਕਰੀਏ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆ। ਹਰੀ ਦੇ ਸਰੂਪ ਦੀਆਂ ਕਥਾ ਅਤੇ ਜੋ ਸਰਗੁਣ ਸਰੂਪ ਧਾਰਨ ਕਰਕੇ ਕੌਤਕ ਕੀਤੇ ਨੇ, ਉਹਨਾਂ ਦੀਆਂ ਕਹਾਣੀਆਂ ਜਿਹੜੀਆਂ ਆਪਾਂ ਨੂੰ ਭਗਤ ਸਾਹਿਬਾਨਾਂ ਦੀ ਬਾਣੀ ਦੇ ਵਿੱਚ ਵੀ ਮਿਲਦੀਆਂ ਨੇ। ਪ੍ਰਭ ਥੰਮ ਤੇ ਨਿਕਸੇ ਕੈ ਵਿਸਥਾਰ, ਹਰਨਾਕਸ਼ ਛੇਦਿਓ ਨਖ ਬਿਦਾਰ। ਜਿਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਨੇ ਕਿ ਪ੍ਰਭੂ ਨਰਸਿੰਘ ਰੂਪ ਧਾਰਨ ਕਰਕੇ ਪ੍ਰਗਟ ਹੋਏ। ਜਿਸ ਤਰ੍ਹਾਂ ਭਗਤ ਪ੍ਰਹਿਲਾਦ ਦੀ ਪ੍ਰਭੂ ਨੇ ਲਾਜ ਰੱਖੀ, ਉਹ ਸਾਰਾ ਪ੍ਰਸੰਗ ਆਪਾਂ ਬਾਣੀ ਅੰਦਰ ਪੜ੍ਹਦੇ ਹਾਂ। ਜਿਸ ਤਰ੍ਹਾਂ ਭਗਤ ਕਬੀਰ ਸਾਹਿਬ ਦੀ ਲੱਜਾ ਰੱਖੀ, ਭਗਤ ਧੰਨਾ ਦੀਆਂ ਜਿਹੜੀਆਂ ਮੱਝਾਂ ਸਨ ਉਹ ਪ੍ਰਭੂ ਨੇ ਆਪ ਚਾਰੀਆਂ। ਸੋ ਇਸ ਤਰ੍ਹਾਂ ਦੇ ਜਿਹੜੇ ਸਰਗੁਣ ਸਰੂਪ ਧਾਰਨ ਕਰਕੇ ਪ੍ਰਭੂ ਨੇ ਕੌਤਕ ਕੀਤੇ ਨੇ, ਉਹ ਕਹਾਣੀਆਂ ਗੁਰਮੀਤ ਸੁਣਾਈਆਂ। ਸਾਡੇ ਮਿੱਤਰ ਸਤਿਗੁਰਾਂ ਨੇ ਸਾਨੂੰ ਸਰਵਣ ਕਰਵਾਈਆਂ ਹਨ। ਬਲਿਹਾਰੀ ਗੁਰ ਆਪਣੇ, ਅਸੀਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਂਦੇ ਹਾਂ। ਗੁਰ ਕਉ ਬਲ ਜਾਈਆ, ਬਲ ਜਾਈਆ ਬਲਿਹਾਰ ਜਾਈਏ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਐਸੇ ਸਤਿਗੁਰਾਂ ਤੋਂ ਆਏ ਮਿਲ। ਗੁਰ ਸਿੱਖ ਆਏ ਮਿਲ, ਐ ਗੁਰ ਸਿੱਖ ਪਿਆਰੇ ਮੈਨੂੰ ਆ ਕੇ ਮਿਲ। ਸਤ ਸੰਗਤ ਰੂਪੀ ਅਸਥਾਨ ਤੇ ਮੈਨੂੰ ਆ ਕੇ ਮਿਲਣਾ ਕਰ। ਤੂੰ ਮੇਰੇ ਗੁਰੂ ਕੇ ਪਿਆਰੇ, ਕਿਉਂਕਿ ਤੂੰ ਮੇਰੇ ਗੁਰੂ ਦੇ ਸਨੇਹ ਵਾਲਾ ਸਿੱਖ ਹੈ, ਪਿਆਰ ਵਾਲਾ ਸਿੱਖ ਹੈ। ਰਹਾਉ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਹਰ ਕੇ ਗੁਣ ਹਰ ਭਾਵ ਦੇ, ਹਰੀ ਦੀ ਪ੍ਰਾਪਤੀ ਦੇ ਗੁਣ ਹਰੀ ਨੂੰ ਭਾਵਦੇ ਚੰਗੇ ਲੱਗਦੇ। ਕਿਹੜੇ ਗੁਣ?
ਜਿਨ੍ਹਾਂ ਨੂੰ ਧਾਰਨ ਕਰਨ ਦੇ ਨਾਲ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਜਿਸ ਤਰ੍ਹਾਂ ਵਿਦਵਾਨਾਂ ਨੇ ਵੀ ਕਥਨ ਕੀਤਾ ਹੈ, ਸਾਮ ਦਮ ਸ਼ਰਦਾ ਤੀਸਰੀ ਸਮਾਦਾਨ ਉਪਰਾਮ, ਛਠੀ ਤਤਿਖਿਆ ਜਾਣੀਐ ਭਿੰਨ ਭਿੰਨ ਜਿਹੇ ਨਾਮ। ਇਹ ਸ਼ੁਭ ਗੁਣਾਂ ਨੂੰ ਧਾਰਨ ਕਰਨ ਦੇ ਨਾਲ ਹਰੀ ਦੀ ਪ੍ਰਾਪਤੀ ਹੁੰਦੀ ਹੈ। ਇਹੋ ਹੀ ਗੁਣ ਹਰੀ ਨੂੰ ਚੰਗੇ ਲੱਗਦੇ। ਜਿਸ ਤਰ੍ਹਾਂ ਆਪਾਂ ਕਿਸੇ ਨੂੰ ਖੁਸ਼ ਕਰਨ ਵਾਸਤੇ ਕੋਈ ਭੇਟਾ ਲਿਜਾਈਦੀ ਹੈ, ਇੱਥੇ ਹਰੀ ਦੀ ਪ੍ਰਸੰਨਤਾ ਵਾਸਤੇ ਕਿਹੜੀ ਭੇਟਾ ਲਿਆਈਏ? ਗੁਰਦੇਵ ਕਹਿੰਦੇ ਤੇਰੇ ਜਿਹੜੇ ਗੁਣ ਨੇ ਨਾ, ਉਹੀ ਹਰੀ ਨੂੰ ਭਾਵਦੇ ਚੰਗੇ ਲੱਗਦੇ ਨੇ। ਉਹ ਹਰੀ ਗੁਣ ਵੇਖ ਕਰਕੇ ਪ੍ਰਸੰਨ ਹੁੰਦੇ ਨੇ। ਇਸ ਲਈ ਮਨ ਦੀਆਂ ਵਾਸ਼ਨਾਵਾਂ ਰੋਕ ਲੈਣੀਆਂ, ਮਨ ਨੂੰ ਗੁਰੂ ਦੇ ਚਰਨਾਂ ਵਿੱਚ ਲੀਨ ਕਰ ਦੇਣਾ, ਬਾਹਰਲੀਆਂ ਇੰਦਰੀਆਂ ਸ਼ਬਦ ਦੀ ਕਮਾਈ ਦੇ ਨਾਲ, ਸੇਵਾ ਦੇ ਨਾਲ ਵਸ ਵਿੱਚ ਕਰ ਲੈਣੀਆਂ। ਸਾਮ ਦਮ ਸ਼ਰਧਾ, ਪੂਰਨ ਸ਼ਰਧਾ ਪ੍ਰਭੂ ਤੇ ਰੱਖਣੀ। ਤੇ ਤਿੱਖਿਆ ਸਾਮ ਦਮ ਸ਼ਰਧਾ ਤੀਸਰੀ ਸਮਾਦਾਨ ਉਪਰਾਮ, ਮਨ ਨੂੰ ਪ੍ਰਭੂ ਚਰਨਾਂ ਵਿੱਚ ਟਿਕਾ ਦੇਣਾ। ਉਪਰਾਮਤਾ ਹੁੰਦੀ ਹੈ ਵਿਰਾਗ ਮਨ ਵਿੱਚ ਆ ਜਾਣਾ। ਤੇ ਬਿਨ ਬੈਰਾਗ ਨ ਛੂਟ ਸਮਾਇਆ, ਮਨ ਵਿੱਚ ਵਿਰਾਗ ਦੀ ਉਤਪਤੀ ਹੋਣੀ। ਵਿਰਾਗ ਤੋਂ ਭਾਵ ਹੈ ਤਿਆਗ, ਤੇ ਤਿਆਗ ਤੋਂ ਭਾਵ ਹੈ ਜੋ ਕੁਝ ਸਾਡੇ ਪਾਸ ਹੈ ਉਸ ਵਿੱਚ ਪ੍ਰਸੰਨ ਰਹਿਣਾ। ਤੇ ਛਟੀ ਤਿੱਖਿਆ ਜਾਣੀ ਹੈ, ਸਰਦੀ ਅਤੇ ਗਰਮੀ ਵਿੱਚ ਬਿਰਤੀ ਨੂੰ ਨਾ ਡੋਲਣ ਦੇਣ। ਸਾਡਾ ਤੇ ਸੁਭਾਅ ਹੈ ਨਾ, ਜੇ ਕੁਝ ਪ੍ਰਾਪਤ ਹੋਵੇ ਪ੍ਰਸੰਨ ਹੁੰਦੇ ਆ, ਚਲਾ ਜਾਵੇ ਤੇ ਉਦਾਸ ਹੁੰਦੇ ਆ। ਜੇ ਸਰਦੀ ਹੈ ਤੇ ਤਾਂ ਵੀ ਹਾਏ ਹਾਏ, ਤੇ ਜੇ ਗਰਮੀ ਹੈ ਤੇ ਤਾਂ ਵੀ ਹਾਏ ਹਾਏ। ਇਸ ਤਰ੍ਹਾਂ ਨਹੀਂ, ਪ੍ਰਭੂ ਦੇ ਭਾਣੇ ਵਿੱਚ ਪ੍ਰਸੰਨ ਰਹਿਣਾ। ਇਹ ਸ਼ੁਭ ਗੁਣ ਨੇ। ਜਿਉਂ-ਜਿਉਂ ਸਿੱਖ ਗੁਣਾਂ ਦਾ ਧਾਰਨੀ ਹੁੰਦਾ, ਤਿਉਂ-ਤਿਉਂ ਸਿੱਖ ਗੁਰੂ ਦੇ ਨੇੜੇ ਆਉਂਦਾ ਹੈ, ਪ੍ਰਭੂ ਦੇ ਨੇੜੇ ਆਉਂਦਾ ਹੈ। ਮਾਲਕ ਇੱਥੇ ਫਰਮਾਉਂਦੇ ਹਨ ਕਿ ਜਿਹੜੇ ਗੁਣ ਹਨ, ਹਰ ਕੇ ਗੁਣ ਹਰ ਭਾਵਦੇ। ਹਰੀ ਦੀ ਪ੍ਰਾਪਤੀ ਕਰਨ ਵਾਲੇ ਜਿਹੜੇ ਗੁਣ ਨੇ ਨਾ, ਉਹ ਪ੍ਰਭੂ ਨੂੰ ਭਾਵਦੇ ਚੰਗੇ ਲੱਗਦੇ ਹਨ। ਸੇ ਗੁਰੂ ਤੇ ਪਾਏ। ਇਹ ਗੁਣਾਂ ਦੀ ਪ੍ਰਾਪਤੀ ਕਿੱਥੇ ਹੁੰਦੀ ਹੈ? ਸੇ ਗੁਰੂ ਤੇ ਪਾਏ। ਇਹ ਗੁਣ ਮਿਲਦੇ ਨੇ ਗੁਰੂ ਦੇ ਨੇੜੇ ਜਾ ਕੇ। ਜਦੋਂ ਸਤਿਗੁਰਾਂ ਕੋਲ ਜਾ ਕੇ ਬੈਠਦੇ ਹਾਂ, ਸਤਿਗੁਰਾਂ ਦੇ ਮੁਖਾਰਬਿੰਦ ਤੋਂ ਫਰਮਾਨ ਸਰਵਣ ਕਰਦੇ ਹਾਂ, ਤੇ ਉਹ ਜਿਹੜੇ ਗੁਣ ਹਨ ਉਹ ਗੁਰੂ ਪਾਸੋਂ ਮਿਲਦੇ ਨੇ। ਉਹਨਾਂ ਦਾ ਧਾਰਨੀ ਹੋਣ ਕਰਕੇ ਸਿੱਖ ਗੁਰੂ ਦੇ ਪਾਸੋਂ ਗੁਣ ਲੈ ਕਰਕੇ ਪ੍ਰਭੂ ਦੇ ਨੇੜੇ ਜਾਂਦਾ ਹੈ, ਪ੍ਰਭੂ ਨੂੰ ਚੰਗਾ ਲੱਗਦਾ ਹੈ। ਜਿਨ ਗੁਰ ਕਾ ਭਾਣਾ ਮੰਨਿਆ, ਜਿਨ੍ਹਾਂ ਨੇ ਗੁਰੂ ਦੇ ਭਾਣੇ ਨੂੰ ਸਤ ਕਰਕੇ ਮੰਨਿਆ ਹੈ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨਿਆ ਹੈ, ਜਿਹੜੇ ਗੁਰੂ ਦੀ ਆਗਿਆ ਵਿੱਚ ਚੱਲਦੇ ਹਨ, ਤਿਨ ਘੁਮ ਘੁਮ ਜਾਏ। ਉਹਨਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ, ਉਹਨਾਂ ਤੋਂ ਮੈਂ ਵਾਰਨੇ ਹਾਂ, ਫੇਰਨੇ ਹਾਂ, ਜਾਂ ਉਹਨਾਂ ਦੀਆਂ ਮੈਂ ਬਾਰ-ਬਾਰ ਪਰਿਕਰਮਾ ਕਰਦਾ। ਪਰਿਕਰਮਾ ਕਰਨ ਤੋਂ ਭਾਵ ਹੁੰਦਾ ਹੈ ਕਿ ਮੈਂ ਤੁਹਾਨੂੰ ਆਪਣੇ ਸਿਰ ਤੋਂ ਲੈ ਕੇ ਪੈਰਾਂ ਤੱਕ ਆਪਣਾ ਸਰੀਰ ਤੁਹਾਡੇ ਚਰਨਾਂ 'ਚ ਭੇਟ ਕਰਦਾ ਹਾਂ। ਮੈਂ ਤੁਹਾਨੂੰ ਇੰਨਾ ਮਾਨ ਸਨਮਾਨ ਦਿੰਦਾ ਹਾਂ। ਕਿਹਨਾਂ ਨੂੰ ਇੰਨਾ ਮਾਨ ਸਨਮਾਨ ਦਈਦਾ ਹੈ? ਜਿਹੜੇ ਗੁਰੂ ਦੇ ਭਾਣੇ ਵਿੱਚ ਚੱਲਦੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ, ਭਾਈ ਗੁਰਮੁਖ ਜੀ ਨੇ ਆ ਕੇ, ਮਹਾਰਾਜ ਜਿਹੜੇ ਪਾਵਨ ਬਚਨ ਆਪ ਜੀ ਦੇ ਸਰਵਣ ਕਰਦੇ ਆ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਇਹਨਾਂ ਬਚਨਾਂ ਤੇ ਚੱਲਣ ਵਾਲੇ ਕੋਈ ਗੁਰਸਿੱਖ ਹਨ? ਤੇ ਮਹਾਰਾਜ ਜੀ ਨੇ ਕਿਹਾ ਸੀ, ਹੈ ਤਾਂ ਬੇਅੰਤੀ ਨੇ, ਪਰ ਗੁਜਰਾਤ ਦੀ ਧਰਤੀ ਤੇ ਭਾਈ ਭਿਖਾਰੀ ਜੀ ਪਾਸ ਭੇਜਿਆ ਸੀ। ਤੇ ਭਾਈ ਭਿਖਾਰੀ ਜੀ ਗੁਰੂ ਦੇ ਭਾਣੇ ਨੂੰ ਸਤ ਕਰਕੇ ਮੰਨਣ ਵਾਲੇ। ਜਦੋਂ ਜਾ ਕੇ ਦਰਸ਼ਨ ਕੀਤੇ, ਦੱਸਿਆ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਭੇਜਿਆ ਹੈ। ਚਰਨਾਂ ਤੇ ਨਮਸਕਾਰ ਕੀਤੀ, ਜਲ ਪਾਣੀ ਛਕਾਇਆ। ਇੱਕ ਰਸ ਬਿਰਤੀ ਦੇ ਮਾਲਕ ਨੇ ਬੈਠ ਕੇ ਫਿਰ ਤੱਪੜ ਜਿਹੜਾ ਸੀ ਬੁਣਨ ਲੱਗੇ। ਇਹ ਦੇਖ ਕਰਕੇ ਭਾਈ ਗੁਰਮੁਖ ਜੀ ਸੋਚਣ ਲੱਗੇ ਕਿ ਇਹ ਜੀਵਨ ਮੁਕਤ ਪੁਰਖ ਹੋਵੇਗਾ ਜਿਹੜਾ ਘਰ ਦੇ ਕੰਮਾਂ ਦੇ ਵਿੱਚ ਵਿਅਸਤ ਹੈ। ਜਦੋਂ ਪੁੱਛ ਲਿਆ, ਕਹਿਣ ਲੱਗੇ, ਭਰਾਵਾ ਇਹ ਬਹੁਤ ਜ਼ਰੂਰੀ ਹੈ, ਕੱਲ੍ਹ ਨੂੰ ਕੰਮ ਆਵੇਗਾ। ਅਗਲਾ ਦਿਨ ਚੜ੍ਹਿਆ, ਬਰਾਤ ਚੜ੍ਹੀ ਹੈ, ਪੁੱਤਰ ਦੀ ਬਰਾਤ ਸੀ। ਜਦੋਂ ਵਿਆਹ ਕੇ ਕੰਨਿਆ ਘਰ ਲਿਆਇਆ, ਰਾਤ ਨੂੰ ਪੇਟ ਵਿੱਚ ਸੂਲ ਉੱਠੀ, ਪੁੱਤਰ ਚੜ੍ਹਾਈ ਕਰ ਗਿਆ। ਭਾਈ ਭਿਖਾਰੀ ਜੀ ਨੇ ਉਸ ਵੇਲੇ ਉਹੀ ਤੱਪੜ ਵਿਛਾ ਕਰਕੇ ਸਾਰਿਆਂ ਨੂੰ ਕਿਹਾ ਕਿ ਆਓ ਮਿਲ ਕੇ ਗੁਰਬਾਣੀ ਪੜ੍ਹੀਏ, ਕੀਰਤਨ ਕਰੀਏ। ਜਦੋਂ ਭਾਈ ਗੁਰਮੁਖ ਨੇ ਦੇਖਿਆ, ਭਾਈ ਭਿਖਾਰੀ ਵੱਲ ਦੇਖ ਕੇ ਕਹਿਣ ਲੱਗੇ ਕਿ ਸਿੱਖਾ ਤੈਨੂੰ ਪਤਾ ਸੀ ਕਿ ਇਹ ਸਮਾਂ ਇਹ ਭਾਣਾ ਵਾਪਰਨਾ ਹੈ? ਤੇ ਭਾਈ ਭਿਖਾਰੀ ਜੀ ਨੇ ਕਿਹਾ, ਗੁਰੂ ਦੀ ਕਿਰਪਾ ਹੈ। ਸਿੱਖ ਵੀ ਤ੍ਰਿਕਾਲਦਰਸ਼ੀ ਹੈ ਨਾ, ਉਹ ਕਹਿੰਦੇ ਨੇ ਗੁਰੂ ਦੀ ਕਿਰਪਾ ਹੈ। ਤੇ ਭਾਈ ਗੁਰਮੁਖ ਜੀ ਕਹਿਣ ਲੱਗੇ ਕਿ ਫਿਰ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਦੇ। ਤੇ ਭਾਈ ਭਿਖਾਰੀ ਜੀ ਕਹਿਣ ਲੱਗੇ, ਕੀਤੀ। ਤੇ ਭਾਈ ਗੁਰਮੁਖ ਜੀ ਕਹਿੰਦੇ, ਸੁਣੀ ਨਹੀਂ ਗਈ?
ਤੇ ਭਾਈ ਭਿਖਾਰੀ ਜੀ ਕਹਿੰਦੇ ਬਿਲਕੁਲ ਸੁਣੀ ਹੈ। ਕਹਿੰਦੇ ਪੁੱਤਰ ਤਾਂ ਫਿਰ ਵੀ ਚੜ੍ਹਾਈ ਕਰ ਗਿਆ। ਭਾਈ ਭਿਖਾਰੀ ਜੀ ਕਹਿੰਦੇ ਮੈਂ ਤਾਂ ਇਹ ਕਿਹਾ ਨਹੀਂ ਸੀ ਕਿ ਪੁੱਤਰ ਜਾਵੇ ਨਾ, ਮੈਂ ਤਾਂ ਇਹੋ ਅਰਦਾਸ ਕੀਤੀ ਸੀ ਮਹਾਰਾਜ ਅੱਜ ਸੁਰਤ ਬਿਰਤੀ ਤੁਹਾਡੇ ਚਰਨਾਂ ਵਿੱਚ ਜੁੜੀ ਹੈ, ਕੱਲ ਨੂੰ ਜਦ ਐਸਾ ਭਾਣਾ ਵਾਪਰੇ ਤੇ ਮੈਨੂੰ ਸਮਰੱਥਾ ਦਿਓ ਕਿ ਮੈਂ ਡੋਲਾ ਨਾ, ਸੁਰਤ ਕਰਕੇ ਤੁਹਾਡੇ ਚਰਨਾਂ ਨਾਲ ਜੁੜਿਆ ਰਹਾ। ਭਾਈ ਗੁਰਮੁਖ ਨੇ ਹੱਥ ਜੋੜ ਦਿੱਤੇ, ਕਹਿਣ ਲੱਗੇ ਗੁਰਸਿੱਖਾ ਇੰਨੀ ਉੱਚੀ ਅਵਸਥਾ ਇਹ ਪ੍ਰਾਪਤ ਕਿਸ ਤਰ੍ਹਾਂ ਹੁੰਦੀ ਹੈ। ਤੇ ਭਾਈ ਭਿਖਾਰੀ ਜੀ ਨੇ ਜਿਹੜੇ ਬਚਨ ਕਹੇ ਇਤਿਹਾਸ ਅੰਦਰ ਅੰਕਿਤ ਹਨ। ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰ ਕੀਜੈ। ਕਹਿਣ ਲੱਗੇ ਗੁਰਮੁਖ ਸੁਣ, ਭਾਣਾ ਜਿਹੜਾ ਹੈ ਉਹ ਮਨ ਟਿਕਾ ਕੇ ਮੰਨਿਆ ਜਾਂਦਾ ਹੈ। ਕਹਿੰਦੇ ਭਾਣਾ ਮੰਨਿਆ ਕਿਸ ਤਰ੍ਹਾਂ ਜਾਂਦਾ ਹੈ। ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰ ਕੀਜੈ। ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਬਿਸਰਨ। ਜਿਹੜੇ ਨਾਮ ਦਾ ਸਿਮਰਨ ਅਭਿਆਸ ਕਰਦੇ ਨੇ, ਸਿਮਰਨ ਦੀ ਕਮਾਈ ਦੇ ਨਾਲ ਤਨ ਦੀ ਹੰਕਤਾ ਦੂਰ ਕਰ ਦਿੰਦੇ ਨੇ, ਉਹਨਾਂ ਦੇ ਮਨ ਗੁਰੂ ਚਰਨਾਂ ਵਿੱਚ ਟਿਕਦੇ ਨੇ ਤੇ ਟਿਕੇ ਹੋਏ ਮਨ ਹੀ ਭਾਣਾ ਮੰਨ ਸਕਦੇ। ਇੱਥੇ ਸਤਿਗੁਰੂ ਫਰਮਾਉਂਦੇ ਹਨ, ਮਹਾਰਾਜ ਕਿਰਪਾ ਕਰਦੇ ਨੇ, ਜਿਨ ਗੁਰ ਕਾ ਭਾਣਾ ਮੰਨਿਆ ਤਿੰਨ ਘੁੰਮ ਘੁੰਮ ਜਾਏ। ਜਿਨ੍ਹਾਂ ਨੇ ਗੁਰੂ ਦੇ ਭਾਣੇ ਨੂੰ, ਪ੍ਰਭੂ ਦੇ ਭਾਣੇ ਨੂੰ ਸਤ ਕਰਕੇ ਮੰਨਿਆ ਹੈ, ਉਹਨਾਂ ਤੋਂ ਅਸੀਂ ਵਾਰਨੇ ਫੇਰਨੇ ਜਾਂਦੇ ਹਾਂ। ਜਿਨ ਸਤਿਗੁਰ ਪਿਆਰਾ ਦੇਖਿਆ, ਜਿਨ੍ਹਾਂ ਨੇ ਇਹਨਾਂ ਨੇਤਰਾਂ ਦੇ ਨਾਲ ਪਿਆਰੇ ਸਤਿਗੁਰਾਂ ਦੇ ਦੀਦਾਰ ਕੀਤੇ ਨੇ, ਤਿਨ ਕਉ ਹਉ ਵਾਰੀ, ਉਹਨਾਂ ਤੋਂ ਹਉ ਵਾਰੀ ਮੈਂ ਬਲਿਹਾਰ ਜਾਂਦਾ ਹਾਂ। ਸੰਗਤ ਜੀ, ਸ਼ੇਰੇ ਪੰਜਾਬ ਨੇ ਜਦ ਸੁਣਿਆ ਸੀ, ਕਿਸੇ ਨੇ ਦੱਸਿਆ, ਕਹਿੰਦੇ ਕਿ ਤੈਨੂੰ ਮਿਲਣ ਵਾਸਤੇ ਉਹ ਬਜ਼ੁਰਗ ਆ ਰਿਹਾ ਜਿਨੇ ਇਹਨਾਂ ਨੇਤਰਾਂ ਦੇ ਨਾਲ ਗੁਰੂ ਕਲਗੀਧਰ ਸਾਹਿਬ ਦੇ ਦੀਦਾਰ ਕੀਤੇ। ਤੇ ਸ਼ੇਰੇ ਪੰਜਾਬ ਸੁਣ ਕੇ ਆਪਣੇ ਸਿੰਘਾਸਨ ਤੋਂ ਖੜੇ ਹੋ ਗਏ। ਪਤਾ ਲੱਗਾ ਕਿ 126 ਸਾਲ ਦੀ ਬਜ਼ੁਰਗ ਦੀ ਉਮਰ ਸੀ, ਜਿਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹਨਾਂ ਨੇਤਰਾਂ ਨਾਲ ਦੀਦਾਰ ਕੀਤੇ। ਜਦੋਂ ਬਜ਼ੁਰਗ ਆਇਆ, ਸ਼ੇਰੇ ਪੰਜਾਬ ਨੇ ਉਹਨੂੰ ਆਪਣੇ ਸਿੰਘਾਸਨ ਤੇ ਬਿਠਾਇਆ, ਉਹਦੇ ਚਰਨਾਂ ਦੇ ਵਿੱਚ ਆਪਣਾ ਸਿਰ ਰੱਖ ਦਿੱਤਾ ਤੇ ਨੇਤਰਾਂ ਦੇ ਨੀਰ ਦੇ ਨਾਲ ਉਹਦੇ ਚਰਨ ਭਿਉਂ ਦਿੱਤੇ। ਫਿਰ ਉੱਠ ਕੇ ਸ਼ੇਰੇ ਪੰਜਾਬ ਨੇ ਬਜ਼ੁਰਗ ਦੇ ਨੇਤਰ ਚੁੰਮੇ, ਕਹਿਣ ਲੱਗਾ ਸਿੱਖਾ ਮੈਂ ਤੇਰੇ ਤੋਂ ਸਦਕੇ ਹਾਂ, ਮੈਂ ਤੇਰੇ ਤੋਂ ਬਲਿਹਾਰ ਨਹੀਂ ਜਾਂਦਾ, ਕੁਰਬਾਨ ਜਾਂਦਾ। ਇਹਨਾਂ ਨੇਤਰਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਦਾਰ ਕੀਤੇ ਨੇ। ਉਸ ਸਮੇਂ ਪੁੱਛਿਆ ਤੇਰਾ ਗੁਜ਼ਾਰਾ, ਪਤਾ ਲੱਗਾ ਬੜਾ ਮੁਸ਼ਕਲ ਹੈ। ਉਸ ਸਮੇਂ ਕਹਿ ਕੇ ਤੇ ਉਸ ਬਜ਼ੁਰਗ ਦੀ ਅੱਗੇ ਸੰਤਾਨ ਦੇ ਨਾਂ ਬਹੁਤੀ ਜ਼ਮੀਨ ਜਾਇਦਾਦ ਲਵਾ ਦਿੱਤੀ ਸੀ। ਐਸਾ ਸੀ ਉਹਨਾਂ ਦਾ ਵਿਸ਼ਾਲ ਹਿਰਦਾ। ਸਤਿਗੁਰੂ ਜੀ ਫਰਮਾਉਂਦੇ ਹਨ, ਜਿਨ ਸਤਿਗੁਰ ਪਿਆਰਾ ਦੇਖਿਆ, ਜਿਨ੍ਹਾਂ ਨੇ ਇਹਨਾਂ ਨੇਤਰਾਂ ਦੇ ਨਾਲ ਪਿਆਰੇ ਸਤਿਗੁਰਾਂ ਨੂੰ ਦੇਖਿਆ, ਦਰਸ਼ਨ ਕੀਤੇ ਹਨ, ਉਹਨਾਂ ਤੋਂ ਅਸੀਂ ਵਾਰਨੇ ਜਾਂਦੇ ਹਾਂ। ਜਿਨ ਗੁਰ ਕੀ ਕੀਤੀ ਚਾਕਰੀ, ਜਿਨ੍ਹਾਂ ਨੇ ਗੁਰਾਂ ਦੀ ਚਾਕਰੀ ਸੇਵਾ ਕੀਤੀ ਹੈ, ਤਿਨ ਸਦ ਬਲਿਹਾਰੀ, ਉਹਨਾਂ ਤੋਂ ਸਦਾ ਅਸੀਂ ਬਲਿਹਾਰ ਜਾਂਦੇ ਹਾਂ। ਹਰ ਹਰ ਤੇਰਾ ਨਾਮ ਹੈ, ਹਰੀ ਪਰਮਾਤਮਾ ਦਾ ਹਰਿਆਂ ਭਰਿਆਂ ਕਰਨ ਵਾਲਾ ਜੋ ਹਰੀ ਹੈ, ਉਸ ਦਾ ਨਾਮ ਜੋ ਹੈ ਦੁਖ ਮੇਟਣ ਹਾਰਾ, ਉਹ ਸਾਰੇ ਦੁੱਖਾਂ ਨੂੰ ਮੇਟਣ ਵਾਲਾ, ਨਾਸ਼ ਕਰਨ ਵਾਲਾ ਹੈ। ਗੁਰ ਸੇਵਾ ਤੇ ਪਾਈਐ, ਪਰ ਇਹ ਅੰਮ੍ਰਿਤ ਰੂਪੀ ਨਾਮ ਮਿਲਦਾ ਕਿਸ ਤਰ੍ਹਾਂ ਹੈ? ਗੁਰ ਸੇਵਾ ਤੇ ਪਾਈਐ। ਸਤਿਗੁਰਾਂ ਦੀ ਸੇਵਾ ਕਰਕੇ, ਸੰਗਤ ਦੀ ਸੇਵਾ ਕਰਕੇ ਅੰਮ੍ਰਿਤ ਰੂਪੀ ਨਾਮ ਹਿਰਦੇ ਰੂਪ ਭਾਂਡੇ ਵਿੱਚ ਟਿਕਦਾ ਹੈ। ਜਿਸ ਤਰ੍ਹਾਂ ਕੋਈ ਵਸਤੂ ਟਿਕਾਉਣ ਵਾਸਤੇ ਬਰਤਨ ਚਾਹੀਦਾ ਹੈ ਨਾ, ਸੰਗਤ ਜੀ ਅੰਮ੍ਰਿਤ ਰੂਪੀ ਨਾਮ ਵੀ ਉੱਥੇ ਟਿਕਦਾ ਹੈ। ਜਿਨ੍ਹਾਂ ਨੇ ਸਰੀਰ ਦੇ ਨਾਲ ਸਤਿਗੁਰਾਂ ਦੀ ਸੇਵਾ ਕੀਤੀ, ਕਾਰਨ ਪਤਾ ਕੀ ਹੈ? ਸੇਵਾ ਕਰਨ ਦੇ ਨਾਲ ਅੰਦਰ ਆਉਂਦੀ ਹੈ ਨਿਮਰਤਾ, ਤੇ ਨਿਮਰਤਾ ਵਾਲਾ ਹਿਰਦਾ ਹੀ ਨਾਮ ਨੂੰ ਟਿਕਾ ਸਕਦਾ ਹੈ। ਨਹੀਂ ਤਾਂ ਹਾਉ ਹਾਉ ਮੈਂ ਇੰਨਾ ਕੁਝ ਕਰ ਸਕਦਾ, ਮੈਂ ਇੰਨਾ ਕੁਝ ਕੀਤਾ। ਗੁਰਦੇਵ ਕਹਿੰਦੇ ਹਨ, ਨਾਮ ਰੂਪੀ ਅੰਮ੍ਰਿਤ ਮਿਲਦਾ ਹੀ ਉਹਨਾਂ ਨੂੰ ਹੈ ਜਿਨ੍ਹਾਂ ਨੇ ਗੁਰਾਂ ਦੀ ਸੇਵਾ ਕੀਤੀ ਹੈ। ਗੁਰਮੁਖ ਨਿਸਤਾਰਾ, ਅਤੇ ਜਿਨ੍ਹਾਂ ਨੂੰ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਹੋਇਆ, ਉਹਨਾਂ ਗੁਰਮੁਖਾਂ ਦਾ ਹੀ ਸੰਸਾਰ ਤੋਂ ਤਰਨਾ ਹੋਇਆ।
ਉਹੀ ਇਸ ਸੰਸਾਰ ਤੋਂ ਤਰੇ ਹਨ। ਜੋ ਹਰ ਨਾਮ ਧਿਆਏਂਦੇ, ਜਿਹੜੇ ਗੁਰਸਿੱਖ ਹਰੀ ਪ੍ਰਮਾਤਮਾ ਦੇ ਨਾਮ ਨੂੰ ਧਿਆਉਂਦੇ ਹਨ, ਤੇ ਜਨ ਪਰਵਾਨਾ, ਉਹ ਜਨ ਉਹ ਪਿਆਰੇ ਪ੍ਰਵਾਨ ਨੀਕ ਹਨ। ਤਿਨ ਵਿਟਹੁ ਨਾਨਕ ਵਾਰਿਆ, ਉਹਨਾਂ ਤੋਂ ਮੈਂ ਸਦਕੇ ਵਾਰਨੇ ਜਾਂਦਾ ਹਾਂ। ਸਦਾ ਸਦਾ ਕੁਰਬਾਨਾ, ਸਦਾ ਸਦਾ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ। ਸਾਹਰ ਤੇਰੀ ਉਸਤਤ ਹੈ, ਉਹ ਪ੍ਰਭੂ ਪਰਮਾਤਮਾ ਦੀ ਉਸਤਤ ਹੈ। ਜੋ ਹਰ ਪ੍ਰਭ ਭਾਵੈ, ਜਿਹੜੀ ਹਰੀ ਪ੍ਰਭੂ ਨੂੰ ਭਾ ਜਾਵੇ, ਉਹੀ ਉਸਤਤ ਕੀਤੀ ਉਹਨੂੰ ਚੰਗੀ ਲੱਗਦੀ ਹੈ। ਜਿਹੜੀ ਹਰੀ ਪ੍ਰਭੂ ਨੂੰ ਭਾਉਂਦੀ ਹੈ, ਤੇ ਕਿਹੜੀ ਭਾਉਂਦੀ ਹੈ? ਜਿਹੜੇ ਉਹਦੇ ਭਾਣੇ ਵਿੱਚ ਚੱਲਦੇ ਨੇ, ਜਿਹੜੇ ਉਹਦੇ ਹੁਕਮ ਵਿੱਚ ਰਹਿ ਕੇ ਕਾਰ ਕਰਦੇ ਹਨ, ਉਹਨਾਂ ਦੀ ਕੀਤੀ ਹੋਈ ਉਸਤਤ ਹਰੀ ਨੂੰ ਭਾਵਦੀ। ਕਈ ਵਾਰੀ ਪਤਾ ਕੀ ਹੁੰਦਾ ਹੈ, ਬੰਦਾ ਕਿਸੇ ਦੇ ਸਾਹਮਣੇ ਆ ਕੇ ਉਹਨੂੰ ਖੁਸ਼ ਕਰਨ ਵਾਸਤੇ ਉਹਦੀ ਝੂਠੀ ਖੁਸ਼ਾਮਦ ਕਰਦਾ ਹੈ, ਪਰ ਜਿਹਦੀ ਖੁਸ਼ਾਮਦ ਹੋ ਰਹੀ ਹੋਵੇ, ਜੇ ਉਹਨੂੰ ਪਤਾ ਹੋਵੇ ਕਿ ਪਿੱਠ ਪਿੱਛੋਂ ਤਾਂ ਮੇਰੇ ਸਾਰੇ ਕੰਮ ਵਿਗਾੜਦਾ, ਮੈਨੂੰ ਕਈ ਤਰ੍ਹਾਂ ਦੇ ਉਲਾਂਭੇ ਦਿੰਦਾ ਹੈ, ਤੇ ਇਹ ਕਿਹੜਾ ਮੇਰਾ ਪਿਆਰਾ ਹੈ, ਉਹਦੀ ਕੀਤੀ ਹੋਈ ਉਸਤਤ ਮੁਖ ਦੇ ਉੱਤੇ ਭਾਵਦੀ ਨਹੀਂ। ਇਸੇ ਤਰ੍ਹਾਂ ਉਹਨਾਂ ਦੀ ਕੀਤੀ ਹੋਈ ਉਸਤਤ ਹਰੀ ਨੂੰ ਭਾਵਦੀ ਹੈ, ਜਿਹੜੇ ਉਹਦੇ ਭਾਣੇ ਵਿੱਚ ਹੁਕਮ ਵਿੱਚ ਰਜਾ ਵਿੱਚ ਚੱਲਦੇ ਹਨ। ਜੋ ਗੁਰਮੁਖ ਪਿਆਰਾ ਸੇਵਦੇ, ਜਿਹੜੇ ਗੁਰਸਿੱਖ ਪਿਆਰੇ ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਲੈ ਕੇ ਪਿਆਰੇ ਹਰੀ ਨੂੰ ਸੇਵਦੇ ਹਨ, ਤਿਨ ਹਰ ਫਲ ਪਾਵੈ, ਉਹਨਾਂ ਨੂੰ ਹਰੀ ਪਰਮਾਤਮਾ ਉਹਨਾਂ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਰੂਪੀ ਫਲ ਪਾ ਦਿੰਦੇ ਹਨ। ਜਿਨ੍ਹਾਂ ਹਰ ਸੇਤੀ ਪਿਰਹੜੀ, ਜਿਨ੍ਹਾਂ ਦੀ ਹਰੀ ਦੇ ਨਾਲ ਪਿਰਹੜੀ ਤੋਂ ਭਾਵ ਪ੍ਰੀਤੀ ਹੈ, ਤਿਨਾ ਜੀਵ ਪ੍ਰਭ ਨਾਲੇ, ਉਹ ਹਿਰਦੇ ਕਰਕੇ ਪ੍ਰਭੂ ਦੇ ਨਾਲ ਰਹਿੰਦੇ ਨੇ। ਕੌਣ? ਜਿਹੜੇ ਹਰੀ ਪ੍ਰਭੂ ਦੇ ਨਾਲ ਪ੍ਰੇਮ ਕਰਦੇ ਨੇ। ਤੇ ਸਤਿਗੁਰੂ ਜੀ ਦਾ ਪਾਵਨ ਬਚਨ ਬਾਣੀ ਅੰਦਰ ਪੜ੍ਹਦੇ ਹਾਂ ਕਿ ਬਹੁਤਾ ਕੋਈ ਸੋਹਣਾ ਹੋਵੇ, ਬੜਾ ਚਤਰ ਹੋਵੇ, ਚੰਗੀ ਕੁੱਲ ਵਾਲਾ ਵੀ ਹੋਵੇ, ਬੜੀਆਂ ਗਿਆਨ ਦੀਆਂ ਗੱਲਾਂ ਮੂੰਹੋਂ ਸੁਣਾਉਂਦਾ ਹੋਵੇ, ਪਰ ਗੁਰਦੇਵ ਕਹਿੰਦੇ ਜੇ ਇੰਨੇ ਗੁਣ ਹਨ ਤੇ ਇਹਨਾਂ ਗੁਣਾਂ ਦਾ ਵੀ ਕੋਈ ਲਾਭ ਨਹੀਂ, ਜੇ ਮਨ ਕਰਕੇ ਪ੍ਰਭੂ ਨਾਲ ਪ੍ਰੀਤੀ ਨਹੀਂ ਪਾਈ, ਪ੍ਰੇਮ ਹੀ ਨਹੀਂ ਕੀਤਾ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ, ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਪ੍ਰਭੂ ਨਾਲ ਪ੍ਰੀਤੀ ਨਹੀਂ, ਪ੍ਰੇਮ ਨਹੀਂ, ਤੇ ਫਿਰ ਗੁਰਦੇਵ ਕਹਿੰਦੇ ਉਹ ਤਾਂ ਮੁਰਦਾ ਹੈ, ਉਹ ਤਾਂ ਮੁਰਦਿਆਂ ਦੇ ਤੁਲ ਹੈ। ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਆਪਾਂ ਸ੍ਰੀ ਰਾਗ ਮਨ ਰੇ ਕਿਉਂ ਛੂਟੈ ਬਿਨ ਪਿਆਰ, ਗੁਰਮੁਖ ਅੰਤਰ ਰਵ ਰਹਿਆ ਹਰ ਬਖਸ਼ੇ ਬਖਸ਼ਣਹਾਰ। ਐ ਮਨਾ, ਪ੍ਰਭੂ ਨਾਲ ਪ੍ਰੇਮ ਕੀਤੇ ਤੋਂ ਬਿਨਾਂ ਤੂੰ ਛੁੱਟ ਨਹੀਂ ਸਕਦਾ, ਇਸ ਆਵਾਗਾਉਣ ਦੇ ਚੱਕਰ ਤੋਂ ਤੂੰ ਬਚ ਨਹੀਂ ਸਕਦਾ। ਛੁੱਟੇਂਗਾ ਹੀ ਤਾਂ ਜੇ ਮਨ ਕਰਕੇ ਪ੍ਰਭੂ ਨਾਲ ਪ੍ਰੀਤੀ ਕਰੇਂਗਾ, ਪ੍ਰੇਮ ਕਰੇਂਗਾ। ਸਤਿਗੁਰੂ ਜੀ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ ਪ੍ਰੇਮੀ ਦੀਆਂ। ਮਹਾਰਾਜ ਉੱਥੇ ਬਖਸ਼ਿਸ਼ ਕਰਦੇ ਹਨ ਕਿ ਜਿਸ ਤਰ੍ਹਾਂ ਕੌਲ ਦੇ ਫੁੱਲ ਦੀ ਪ੍ਰੀਤੀ ਪਾਣੀ ਦੇ ਨਾਲ ਹੈ, ਜਿਸ ਤਰ੍ਹਾਂ ਮੱਛੀ ਦੀ ਪ੍ਰੀਤੀ ਪਾਣੀ ਦੇ ਨਾਲ ਹੈ, ਜਿਸ ਤਰ੍ਹਾਂ ਚਾਤਰਿਕ ਬਬੀਹਾ ਸਵਾਂਤੀ ਬੂੰਦ ਨਾਲ ਪ੍ਰੇਮ ਕਰਦਾ ਹੈ, ਜਿਸ ਤਰ੍ਹਾਂ ਦੁੱਧ ਦੀ ਅਤੇ ਪਾਣੀ ਦੀ ਪ੍ਰੀਤੀ ਹੈ, ਜਿਸ ਤਰ੍ਹਾਂ ਚੱਕਵੀ ਸੂਰਜ ਨਾਲ ਪ੍ਰੇਮ ਕਰਦੀ ਹੈ। ਐ ਮਨਾ, ਇਹਨਾਂ ਤੋਂ ਹੀ ਕੁਝ ਸਿੱਖ ਲੈ, ਇਸ ਤਰ੍ਹਾਂ ਦਾ ਪ੍ਰੇਮ ਕਰ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ ਇਹਨਾਂ ਦੀਆਂ ਉਦਾਹਰਨਾਂ ਦੇ ਕੇ। ਭਾਈ ਸਾਹਿਬ ਜੀ ਕਹਿੰਦੇ ਨੇ ਇਹ ਪ੍ਰੇਮ ਕਰਦੇ ਹਨ, ਪਰ ਇਹ ਇੱਕ ਅੰਗੀ ਪ੍ਰੇਮ ਹੋ ਸਕਦਾ ਹੈ। ਜੇ ਕੌਲ ਦੇ ਫੁੱਲ ਨੇ ਪਾਣੀ ਨਾਲ ਪ੍ਰੀਤੀ ਕੀਤੀ ਹੈ, ਉਲਟਾ ਪਾਣੀ ਕੌਲ ਦੇ ਫੁੱਲ ਨਾਲ ਪ੍ਰੇਮ ਨਹੀਂ ਕਰਦਾ। ਇਸੇ ਤਰ੍ਹਾਂ ਜੇ ਚੱਕਵੀ ਦੀ ਸੂਰਜ ਨਾਲ ਪ੍ਰੀਤੀ ਹੈ ਤੇ ਕਦੇ ਸੂਰਜ ਚੱਕਵੀ ਨਾਲ ਪ੍ਰੇਮ ਨਹੀਂ ਕਰੇਗਾ। ਜੇ ਸਵਾਂਤੀ ਬੂੰਦ ਨਾਲ ਪ੍ਰੀਤੀ ਹੈ, ਇਸੇ ਤਰ੍ਹਾਂ ਚੱਕਵੇ ਦੀ, ਬਬੀਹੇ ਦੀ, ਤੇ ਜਿਹੜਾ ਸਵਾਂਤੀ ਬੂੰਦ ਮੀਂਹ ਦਾ ਪਾਣੀ ਕਦੇ ਪ੍ਰੀਤੀ ਨਹੀਂ ਕਰਦਾ ਬਬੀਹੇ ਨਾਲ। ਇਹ ਦੁਨਿਆਵੀ ਪ੍ਰੀਤੀਆਂ ਨੇ, ਪਰ ਗੁਰੂ ਦੇ ਸਿੱਖ ਦੀ ਪ੍ਰੀਤੀ ਜਿਹੜੀ ਹੈ ਉਹ ਗੁਰੂ ਦੇ ਨਾਲ ਪਰਲੋਕ ਵਿੱਚ ਵੀ ਨਿਭਦੀ ਹੈ। ਪੀਰ ਮੁਰੀਦਾਂ ਪਿਰਹੜੀ ਉਹ ਨਿਭੈ ਨਾਲ। ਇੱਥੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਇਸੇ ਪ੍ਰਕਾਰ ਸਾ ਹਰ ਤੇਰੀ ਉਸਤਤ ਹੈ, ਜਿਨ੍ਹਾਂ ਹਰ ਸੇਤੀ ਪਿਰਹੜੀ ਤਿੰਨਾ ਜੀ ਪ੍ਰਭ ਨਾਲੇ। ਜਿਨ੍ਹਾਂ ਨੇ ਹਰੀ ਨਾਲ ਪ੍ਰੀਤੀ ਕੀਤੀ ਹੈ
ਉਹ ਮਨ ਕਰਕੇ ਪ੍ਰਭੂ ਦੇ ਨੇੜੇ ਹੋਏ ਹਨ। ਹੋਏ ਜਪ ਜਪ ਪਿਆਰਾ ਜੀਵ ਦੇ। ਉਹ ਪਿਆਰੇ ਪ੍ਰਭੂ ਨੂੰ ਜਪਦੇ ਹਨ, ਮਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ ਜਿਉਂਦੇ ਹਨ। ਹਰ ਨਾਮ ਸੰਭਾਲੇ। ਹਮੇਸ਼ਾ ਪ੍ਰਭੂ ਦਾ ਨਾਮ ਹੀ ਆਪਣੇ ਹਿਰਦੇ ਵਿੱਚ ਸੰਭਾਲਦੇ ਹਨ। ਆਖਾਂ ਜੀਵਾਂ ਵਿਸਰੈ ਮਰ ਜਾਉ, ਐਸੀ ਉਹਨਾਂ ਦੀ ਅਵਸਥਾ ਹੈ। ਜਿਨ ਗੁਰਮੁਖ ਪਿਆਰਾ ਸੇਵਿਆ। ਜਿਨ੍ਹਾਂ ਗੁਰਮੁਖਾਂ ਨੇ ਪਿਆਰੇ ਹਰੀ ਨੂੰ ਸੇਵਿਆ, ਜਪਿਆ ਹੈ, ਤਿਨ ਕਉ ਘੁਮ ਜਾਇਆ। ਉਹਨਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ, ਫੇਰਨੇ ਵਾਰਨੇ ਜਾਂਦਾ ਹਾਂ। ਹੋਏ ਆਪ ਛੁਟੇ ਪਰਵਾਰ ਸਿਉ। ਨਾਮ ਜਪਣ ਵਾਲੇ ਨਾਮ ਜਪ ਕੇ ਬੰਦਗੀ ਕਰਕੇ ਆਪ ਵੀ ਛੁੱਟ ਗਏ ਅਤੇ ਉਹਨਾਂ ਦੇ ਮਾਤਾ ਪਿਤਾ, ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦੇ ਸਾਕ ਸੰਬੰਧੀ ਉਹ ਵੀ ਛੁੱਟ ਗਏ। ਸਭ ਜਗਤ ਛਡਾਇਆ। ਤੇ ਜਿਹੜਾ ਉਹਨਾਂ ਦੀ ਸ਼ਰਨ ਜਾਂਦਾ ਹੈ ਉਹ ਵੀ ਇਸ ਸੰਸਾਰ ਤੋਂ ਮੁਕਤ ਹੋ ਜਾਂਦਾ ਹੈ। ਆਪ ਮੁਕਤ ਕਰੈ ਸੰਸਾਰ। ਉਹ ਨਾਮ ਜਪਣ ਵਾਲੇ ਆਪ ਵੀ ਤਰਦੇ ਨੇ, ਉਹਨਾਂ ਦੇ ਪਰਿਵਾਰ ਦੇ ਜੀਵ ਵੀ ਤਰੇ ਹਨ ਅਤੇ ਸੰਗੀ ਸਾਥੀ ਵੀ ਤਰੇ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਕਿ ਨਾਮ ਜਪਣ ਵਾਲੀ ਰੂਹ ਰਾਜਾ ਜਨਕ ਜਦੋਂ ਪਰਲੋਕ ਨੂੰ ਜਾ ਰਿਹਾ ਸੀ ਤੇ ਨਰਕਾਂ ਦੇ ਵਿੱਚ ਬਹੁਤਾ ਚੀਕ ਚੰਗਿਆੜਾ ਕੰਨਾਂ ਦੇ ਵਿੱਚ ਸੁਣਿਆ, ਤੇ ਉਸ ਵੇਲੇ ਜਦ ਪੁੱਛਿਆ ਸੀ ਤੇ ਪਤਾ ਲੱਗਾ ਕਿ ਨਰਕਾਂ ਦੇ ਵਿੱਚ ਪਾਪੀਆਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ। ਤੇ ਇੰਨਾ ਹਿਰਦਾ ਦਿਆਲੂ ਹੋਇਆ ਕਿ ਨਾਮ ਪਲੜੇ ਦੇ ਵਿੱਚ ਪਵਾ ਕੇ ਨਾਮ ਦੇ ਬਦਲੇ ਸਾਰੇ ਨਰਕ ਹੀ ਵੇਲੇ ਕਰਾ ਲਏ ਸਨ, ਖਾਲੀ ਕਰਾ ਦਿੱਤੇ ਸਨ। ਇਹ ਨਾਮ ਜਪਣ ਵਾਲਿਆਂ ਦੇ ਵਿੱਚ ਬਖਸ਼ਿਸ਼ਾਂ ਨੇ। ਇਹ ਨਾਮ ਜਪਣ ਵਾਲਿਆਂ ਦਾ ਇੰਨਾ ਪ੍ਰਤਾਪ ਹੈ। ਸਤਿਗੁਰੂ ਕਿਰਪਾ ਕਰਦੇ ਨੇ, ਜਿਹੜੇ ਨਾਮ ਜਪਦੇ ਨੇ ਉਹ ਇਹ ਆਪ ਛੁੱਟੇ ਪਰਿਵਾਰ ਸਿੰਘ, ਉਹ ਆਪ ਵੀ ਛੁੱਟੇ ਹਨ, ਬੰਧਨਾਂ ਤੋਂ ਮੁਕਤ ਨੇ, ਉਹਨਾਂ ਦਾ ਪਰਿਵਾਰ ਵੀ ਛੁੱਟ ਗਿਆ। ਜਦ ਭਗਤ ਪ੍ਰਹਿਲਾਦ ਦੀ ਰੱਖਿਆ ਲਈ ਨਰ ਸਿੰਘ ਰੂਪ ਧਾਰਿਆ ਸੀ ਤੇ ਉਸ ਵੇਲੇ ਭਗਤ ਪ੍ਰਹਿਲਾਦ ਜੀ ਨੇ ਬੇਨਤੀਆਂ ਕਰਕੇ ਆਪਣੇ ਪਿਤਾ ਹਰਨਾਕਸ਼, ਜਿਹਦਾ ਜ਼ਿਕਰ ਆਇਆ ਕਿ ਦੈਂਤ ਸੀ, ਉਹਦਾ ਵੀ ਉਧਾਰ ਕਰਾ ਦਿੱਤਾ ਸੀ ਕਿ ਮਹਾਰਾਜ ਹੈ ਤਾਂ ਮੇਰਾ ਪਿਤਾ ਹੀ ਨਾ, ਕਿਰਪਾ ਕਰਕੇ ਇਹਦਾ ਵੀ ਪਾਰ ਉਤਾਰਾ ਕਰ ਦਿਓ। ਗੁਰਦੇਵ ਕਹਿੰਦੇ ਨੇ ਸਭ ਜਗਤ ਛਡਾਇਆ, ਉਹ ਸਾਰੇ ਜਗਤ ਨੂੰ ਛਡਾ ਦਿੰਦੇ ਨੇ, ਮੁਕਤ ਕਰਾਉਂਦੇ ਹਨ। ਗੁਰ ਪਿਆਰੇ ਹਰ ਸੇਵਿਆ। ਪਿਆਰੇ ਸਤਿਗੁਰਾਂ ਨੇ ਹਰੀ ਨੂੰ ਸੇਵਿਆ ਹੈ। ਗੁਰ ਧੰਨੋ। ਉਹ ਗੁਰੂ ਧੰਨਤਾ ਦੇ ਯੋਗ ਹੈ, ਉਸ ਗੁਰੂ ਤੋਂ ਕੁਰਬਾਨ ਜਾਂਦੇ ਹਾਂ। ਕਿੰਨਾ ਸਤਿਗੁਰਾਂ ਤੋਂ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਦੇ ਪਾਸ ਜਾ ਕੇ ਗੁਰਸਿੱਖਾਂ ਨੇ ਹਰੀ ਨੂੰ ਸੇਵਿਆ ਹੈ। ਜੋ ਸਤਿਗੁਰੂ ਸਾਨੂੰ ਸਿੱਧਾ ਪਰਮਾਤਮਾ ਦੇ ਨਾਲ ਜੋੜਦੇ ਨੇ, ਉਹਦਾ ਨਾਮ ਜਪਣ ਵਾਸਤੇ ਉਪਦੇਸ਼ ਦਿੰਦੇ ਨੇ, ਐਸੇ ਸਤਿਗੁਰਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਉਹ ਸਤਿਗੁਰੂ ਧੰਨ ਹਨ। ਗੁਰ ਹਰ ਮਾਰਗ ਦੱਸਿਆ। ਸਤਿਗੁਰਾਂ ਨੇ ਹਰੀ ਦੀ ਪ੍ਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਦੱਸਿਆ ਹੈ। ਗੁਰ ਪੁੰਨ ਵੱਡ ਪੁੰਨੋ। ਇਹ ਗੁਰਾਂ ਦਾ ਪੁੰਨਾਂ ਵਿੱਚੋਂ ਸ਼੍ਰੋਮਣੀ ਪੁੰਨ ਹੈ, ਸਭ ਤੋਂ ਵੱਡਾ ਪੁੰਨ ਹੈ। ਸਤਿਗੁਰਾਂ ਨੇ ਸਾਡੇ ਤੇ ਕੀਤਾ ਕਿਹੜਾ? ਗੁਰ ਹਰ ਮਾਰਗ ਦੱਸਿਆ, ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਹੋਰ ਰਸਤੇ ਤਾਂ ਬਹੁਤ ਲੋਕ ਦੱਸਦੇ ਨੇ ਕਿ ਫਲਾਣੇ ਥਾਂ ਚਲੇ ਜਾਓ, ਆਹ ਮਿਲੇਗਾ, ਉਧਰ ਜਾਓ, ਆਹ ਮਿਲੇਗਾ, ਪਰ ਸਤਿਗੁਰਾਂ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ। ਗੁਰ ਹਰ ਮਾਰਗ ਦੱਸਿਆ, ਗੁਰਾਂ ਨੇ ਸਾਨੂੰ ਹਰੀ ਪਰਮਾਤਮਾ ਦੀ ਪ੍ਰਾਪਤੀ ਦਾ ਉਪਦੇਸ਼ ਜੋ ਹੈ ਉਹ ਦਿੱਤਾ ਹੈ, ਉਹ ਰਸਤਾ ਦੱਸਿਆ ਹੈ। ਇਸ ਲਈ ਗੁਰੂ ਦਾ ਪੁੰਨਾਂ ਵਿੱਚੋਂ ਸਭ ਤੋਂ ਵੱਡਾ ਪੁੰਨ ਹੈ ਸਾਡੇ ਤੇ। ਜੋ ਗੁਰ ਸਿੱਖ ਗੁਰ ਸੇਵਦੇ। ਜਿਹੜੇ ਗੁਰਸਿੱਖ ਪਿਆਰੇ ਗੁਰਾਂ ਨੂੰ ਸੇਵਦੇ ਜਪਦੇ ਹਨ, ਸੇ ਪੁੰਨ ਪ੍ਰਾਣੀ। ਉਹ ਪ੍ਰਾਣੀ, ਉਹ ਗੁਰਸਿੱਖ ਪੁੰਨ ਤੋਂ ਭਾਵ ਹੈ ਬੜੇ ਪਵਿੱਤਰ ਹਨ। ਜਨ ਨਾਨਕ ਤਿਨ ਕਉ ਵਾਰਿਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਉਹਨਾਂ ਤੋਂ ਸਦਕੇ ਵਾਰਨੇ ਜਾਂਦਾ ਹਾਂ। ਸਦਾ ਸਦਾ ਕੁਰਬਾਨ। ਸਦਾ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ। ਗੁਰਮੁਖ ਸਖੀ ਸਹੇਲੀਆ। ਜਿਨ੍ਹਾਂ ਗੁਰਸਿੱਖਾਂ ਨੇ ਗੁਰਮੁਖ ਬਣੇ ਹਨ, ਸ਼ਰਧਾ ਕਰਕੇ ਸਖੀਆਂ ਬਣੀਆਂ ਨੇ, ਪ੍ਰੇਮ ਕਰਕੇ ਪ੍ਰਭੂ ਦੀਆਂ ਸਹੇਲੀਆਂ ਬਣੀਆਂ ਹਨ। ਸੇ ਆਪ ਹਰ ਭਾਈਆ। ਉਹ ਸਖੀਆਂ, ਉਹ ਜੀਵ ਰੂਪ ਇਸਤਰੀਆਂ ਹਰੀ ਪਰਮਾਤਮਾ ਨੂੰ ਭਾ ਗਈਆਂ, ਚੰਗੀ ਲੱਗੀਆਂ ਹਨ। ਹਰ ਦਰਗਹ ਪੈ ਨਾਈਆ। ਉਹਨਾਂ ਨੂੰ ਫਿਰ ਪ੍ਰਭੂ ਨੇ ਦਰਗਾਹ ਤੋਂ ਭਾਵ ਸੱਚਖੰਡ ਰੂਪੀ ਅਸਥਾਨ ਤੇ ਉਹਨਾਂ ਨੂੰ ਜਸ ਰੂਪ ਪੋਸ਼ਾਕ ਪਹਿਨਾਈ ਹੈ। ਇਸੇ ਤਰ੍ਹਾਂ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਗੋਪਾਲ ਪਾਉਂਦੇ ਨੇ
ਇਹ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰਕੇ ਦੱਸੋ ਕਿ ਜਿਹੜੇ ਨਾਮ ਜਪਦੇ ਨੇ ਉਹਨਾਂ ਦਾ ਦਰਗਾਹ ਵਿੱਚ ਕਿਸ ਤਰ੍ਹਾਂ ਮਾਨ ਸਨਮਾਨ ਹੁੰਦਾ ਹੈ। ਤੇ ਸਤਿਗੁਰਾਂ ਨੇ ਸ੍ਰੀ ਰਾਗ ਅੰਦਰ ਪਾਵਨ ਉਪਦੇਸ਼ ਦਿੱਤਾ ਸੀ, ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾਲਾਹ ਲਿਖ ਲਿਖ ਅੰਤ ਨ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ। ਅੱਗੇ ਫਰਮਾਨ ਦਿੱਤਾ ਸੀ, ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ। ਜਿਨ੍ਹਾਂ ਦੇ ਮਨ ਵਿੱਚ ਹਰੀ ਪਰਮਾਤਮਾ ਦਾ ਸੱਚਾ ਨਾਮ ਹੈ, ਉਹਨਾਂ ਦੇ ਮੁਖ ਦੇ ਉੱਤੇ ਜਸ ਰੂਪ ਟਿੱਕੇ ਪ੍ਰਲੋਕ ਵਿੱਚ ਲੱਗਦੇ, ਸੱਚਖੰਡ ਵਿੱਚ ਲੱਗਦੇ ਹਨ। ਰੇ ਰੇ ਦਰਗਹਿ ਕਹਿ ਨ ਕੋਊ, ਆਉ ਬੈਠ ਆਦਰ ਸੁਭ ਦੇਉ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਹਰ ਦਰਗਹਿ ਪੈ ਨਾਈ। ਜਿਹੜੀਆਂ ਦਰ ਨਾਮ ਹੈ, ਇਸੇ ਤਰ੍ਹਾਂ ਅੰਦਰ, ਤੇ ਗਹਿ ਨਾਮ ਹੈ ਜਗ੍ਹਾ ਦਾ। ਇਸੇ ਤਰ੍ਹਾਂ ਜਿਹੜੀ ਤੁਰਿਆ ਪਦ ਰੂਪੀ ਅਵਸਥਾ ਦੇ ਵਿੱਚ ਬ੍ਰਹਮ ਗਿਆਨ ਰੂਪੀ ਸਰੂਪੇ ਉਹਨਾਂ ਨੂੰ ਪਹਿਨਾਏ ਗਏ, ਜਾਂ ਸੱਚਖੰਡ ਰੂਪੀ ਦਰਗਾਹ ਦੇ ਵਿੱਚ ਭਗਤੀ ਰੂਪੀ ਸਿਰੋਪਾਉ ਉਹਨਾਂ ਨੂੰ ਬਖਸ਼ਿਸ਼ ਹੋਏ ਹਨ। ਹਰਿ ਆਪ ਗੱਲ ਲਾਈਆ, ਉਹ ਜੀਵ ਰੂਪ ਸਖੀਆਂ ਸਹੇਲੀਆਂ ਪ੍ਰਭੂ ਨੇ ਆਪਣੇ ਸਰੂਪ ਵਿੱਚ ਅਭੇਦ ਕਰਨ ਰੂਪੀ ਗਲ ਦੇ ਨਾਲ ਲਾ ਲਈਆਂ। ਜੋ ਗੁਰਮੁਖ ਨਾਮ ਧਿਆਏਂਦੇ, ਜਿਹੜੇ ਗੁਰਸਿੱਖ ਗੁਰਮੁਖ ਬਣ ਕੇ ਨਾਮ ਧਿਆਉਂਦੇ ਹਨ, ਤਿਨ ਦਰਸ਼ਨ ਦੀਜੈ। ਮੇਰੇ ਤੇ ਕਿਰਪਾ ਕਰੋ, ਮੈਨੂੰ ਉਹਨਾਂ ਦੇ ਦਰਸ਼ਨ ਦੇਣੇ ਕਰੋ। ਅਰਦਾਸ ਵੀ ਆਪਾਂ ਰੋਜ਼ ਬੇਨਤੀ ਕਰਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਇੱਥੇ ਸਤਿਗੁਰੂ ਫਰਮਾਉਂਦੇ ਹਨ, ਜੋ ਗੁਰਮੁਖ ਨਾਮ ਧਿਆਏਂਦੇ ਤਿਨ ਦਰਸ਼ਨ ਦੀਜੈ। ਮੈਨੂੰ ਉਹਨਾਂ ਦੇ ਦਰਸ਼ਨ ਦਵੋ ਜਿਹੜੇ ਗੁਰਮੁਖ ਆਪ ਜੀ ਦੇ ਨਾਮ ਨੂੰ ਹਮੇਸ਼ਾ ਅੱਠੇ ਪੈਰ ਧਿਆਉਂਦੇ ਹਨ। ਹਮ ਤਿਨ ਕੇ ਚਰਨ ਪਖਾਲਦੇ, ਉਹਨਾਂ ਗੁਰਸਿੱਖਾਂ ਦੇ ਮੈਂ ਚਰਨਾਂ ਨੂੰ ਧੋਣਾ ਕਰਾਂ। ਧੂੜ ਘੋਲ ਘੋਲ ਪੀਜੈ, ਅਤੇ ਉਹਨਾਂ ਦੇ ਚਰਨਾਂ ਦੀ ਧੂੜ ਘੋਲ ਘੋਲ ਕੇ ਪੀਣਾ ਕਰਾਂ। ਇਸੇ ਤਰ੍ਹਾਂ ਹਮ ਤਿੰਨ ਕੇ ਚਰਨ ਪਖਾਲਦੇ, ਉਹਨਾਂ ਦੇ ਚਰਨਾਂ ਦਾ ਮੈਂ ਪੱਖ ਕਰਦਾ ਹਾਂ। ਧੂੜ ਘੋਲ ਘੋਲ ਪੀਜਾ, ਤੇ ਦੇਹ ਅਭਿਆਸ ਨੂੰ ਉਹਨਾਂ ਤੋਂ ਮੈਂ ਸਦਕੇ ਜਾਂਦਾ ਹਾਂ, ਬਲਿਹਾਰਨੇ ਜਾਂਦਾ, ਕੁਰਬਾਨ ਜਾਂਦਾ ਹਾਂ। ਅਤੇ ਸ਼ਰਧਾ ਰੂਪੀ ਜਿਹੜੀ ਧੂੜੀ ਹੈ, ਸੋ ਉਹ ਰੱਖਣੀ ਰੂਪ ਮੈਂ ਧੂੜ ਨੂੰ ਘੋਲ ਕੇ ਪੀਂਦਾ ਹਾਂ, ਉਹਨਾਂ ਤੋਂ ਕੁਰਬਾਨ ਜਾਂਦੇ ਹਾਂ। ਪਾਨ ਸੁਪਾਰੀ ਖਾਤੀਆਂ, ਹੁਣ ਇਹਨਾਂ ਪਾਵਨ ਸ਼ਬਦਾਂ ਰਾਹੀਂ ਸਤਿਗੁਰੂ ਮਨਮੁਖਾਂ ਦੀ ਦਸ਼ਾ ਬਿਆਨ ਕਰਦੇ। ਜਿਹੜੇ ਲੋਕ ਕਹਿੰਦੇ ਹਨ ਕਿ ਆ ਪਾਨ ਖਾ ਕੇ, ਸੁਪਾਰੀਆਂ ਖਾ ਕੇ, ਬੀੜੀਆਂ ਪੀ ਕੇ, ਸ਼ਰਾਬਾਂ ਪੀ ਕੇ, ਕੁਸੰਗਤ ਕਰਕੇ ਕਿ ਇੱਥੇ ਆਨੰਦ ਲਓ, ਅੱਗਾ ਕਿੰਨੇ ਦੇਖਿਆ? ਸਤਿਗੁਰੂ ਅੱਗਾ ਦਿਖਾ ਰਹੇ ਹਨ। ਗੁਰਦੇਵ ਕਹਿੰਦੇ, ਜਿਹੜੀਆਂ ਜੀਵ ਰੂਪ ਇਸਤਰੀਆਂ ਪਾਨ ਸੁਪਾਰੀ ਖਾਂਦੀਆਂ ਹਨ, ਮੁਖ ਬੀੜੀਆਂ ਲਾਈਆਂ, ਆਪਣੇ ਮੂੰਹ ਨੂੰ ਤੰਬਾਕੂ ਵਾਲੀਆਂ ਬੀੜੀਆਂ ਲਾਉਂਦੀਆਂ ਨੇ। ਹਰ ਹਰ ਕਦੇ ਨਾ ਚੇਤਿਓ, ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲੇ ਹਰੀ ਪਰਮੇਸ਼ਰ ਦਾ ਨਾਮ ਨਾ ਚੇਤਿਓ, ਕਦੇ ਉਹਦਾ ਨਾਮ ਨਹੀਂ ਜਪਦੀਆਂ। ਜਮ ਪਕੜ ਚਲਾਈਆ, ਉਹਨਾਂ ਨੂੰ ਜਮਾਂ ਨੇ ਫੜ ਕੇ ਆਪਣੇ ਜਮ ਲੋਕ ਨੂੰ, ਨਰਕਾਂ ਵੱਲ ਨੂੰ ਚਲਾਈਆ ਤੋਰ ਲਿਆ ਹੈ। ਕਿਹਨਾਂ ਨੂੰ? ਜਿਨ੍ਹਾਂ ਨੇ ਮਨਮੁਖ ਬਣ ਕੇ ਮਨ ਦੇ ਪਿੱਛੇ ਚੱਲ ਕੇ ਕੁਕਰਮ ਕੀਤੇ ਹਨ। ਜਿਨ ਹਰ ਨਾਮਾ ਹਰ ਚੇਤਿਆ, ਜਿਨ੍ਹਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਚੇਤਿਆ ਧਿਆਇਆ ਹੈ, ਜਾਂ ਜਿਨ ਹਰ ਨਾਮਾ ਹਰ ਚੇਤਿਆ, ਸਾਰੇ ਨਾਮਾਂ ਵਿੱਚੋਂ ਹਰੀ ਦੇ ਨਾਮ ਨੂੰ ਚੇਤਿਆ ਜਪਿਆ ਹੈ। ਹਿਰਦੈ ਉਰ ਧਾਰੇ, ਆਪਣੇ ਹਿਰਦੇ ਵਿੱਚ ਹਰੀ ਪਰਮਾਤਮਾ ਨੂੰ, ਉਹਦੇ ਨਾਮ ਨੂੰ ਧਾਰਨਾ ਕੀਤਾ ਹੈ। ਤਿਨ ਜਮ ਨੇੜ ਨਾ ਆਵਈ, ਉਹਨਾਂ ਪਾਸ ਜਮ ਨਹੀਂ ਆ ਸਕਦਾ। ਗੁਰ ਸਿੱਖ ਗੁਰ ਪਿਆਰੇ, ਕਿੰਨਾ ਪਾਸ ਜਮ ਨਹੀਂ ਆਉਂਦੇ? ਜਿਹੜੇ ਗੁਰਸਿੱਖ, ਗੁਰਾਂ ਦੇ ਪਿਆਰ ਵਾਲੇ ਗੁਰਸਿੱਖ ਨੇ, ਉਹਨਾਂ ਪਾਸ ਜਮ ਨਹੀਂ ਆਉਂਦੇ। ਜਿਹੜੇ ਮਨ ਪਿੱਛੇ ਤੁਰਦੇ ਨੇ, ਮਹਾਰਾਜ ਕਹਿੰਦੇ ਨੇ ਜਮ ਪਕੜ ਚਲਾਈਆ, ਉਹਨਾਂ ਨੂੰ ਜਮਾਂ ਨੇ ਫੜ ਕੇ ਅੱਗੇ ਤੋਰ ਲਿਆ। ਪਰ ਜਿਹੜੇ ਗੁਰਸਿੱਖ ਗੁਰ ਪਿਆਰੇ, ਜਿਹੜੇ ਗੁਰੂ ਦੇ ਪਿਆਰ ਵਾਲੇ ਗੁਰਸਿੱਖ ਨੇ ਨਾ, ਸਤਿਗੁਰੂ ਕਹਿੰਦੇ ਨੇ ਤਿੰਨ ਜਮ ਨੇੜ ਨਾ ਆਵਈ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਤੂੰ ਨਹਿ ਛੁਟੈ ਨਿਕਟ ਨਾ ਜਾਈਓ ਦੂਤ। ਉਹਨਾਂ ਲਾਗੇ ਜਮ ਨਹੀਂ ਆਉਂਦੇ। ਹਰ ਕਾ ਨਾਮ ਨਿਧਾਨ ਹੈ, ਸਤਿਗੁਰੂ ਫਰਮਾਉਂਦੇ ਨੇ ਹਰੀ ਪਰਮੇਸ਼ਰ ਦਾ ਨਾਮ ਹੀ ਨਿਧਾਨ ਤੋਂ ਭਾਵ ਸਾਰੇ ਖਜ਼ਾਨਿਆਂ ਦਾ, ਸੋ ਸਾਰੀਆਂ ਨਿਧੀਆਂ ਦਾ ਖਜ਼ਾਨਾ ਹੈ।
ਇਹ ਸਭ ਤੋਂ ਉੱਤਮ ਖਜ਼ਾਨਾ ਹੈ। ਕੋਈ ਗੁਰਮੁਖ ਜਾਣੈ ਪਰ ਕੋਈ ਵਿਰਲਾ ਗੁਰਮੁਖ ਹੀ ਜਾਣਦਾ ਹੈ ਕਿ ਸਾਰੇ ਖਜ਼ਾਨਿਆਂ ਨੂੰ ਦੇਣ ਵਾਲਾ ਪਰਮਾਤਮਾ ਦਾ ਨਾਮ ਹੀ ਹੈ। ਸਤਿਗੁਰੂ ਫਰਮਾਉਂਦੇ ਨੇ, ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਜਿਨ੍ਹਾਂ ਦੇ ਹਿਰਦੇ ਵਿੱਚ ਹਾਏ ਮਾਇਆ ਹਮੇਸ਼ਾ ਇਹੋ ਹੀ ਵਸਦੀ ਹੈ, ਉਹ ਵੱਡੇ ਕੰਗਾਲ ਹਨ। ਜਿਨ ਕੇ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਪਰਮਾਤਮਾ ਦਾ ਨਾਮ ਵਸਦਾ ਹੈ, ਉਹ ਗੁਣਾਂ ਦੇ ਸਮੁੰਦਰ ਹਨ, ਗੁਣਾਂ ਦੇ ਸਾਗਰ ਹਨ। ਨਾਨਕ ਜਿਨ ਸਤਿਗੁਰ ਭੇਟਿਆ। ਗੁਰੂ ਕਥਨ ਕਰਦੇ ਹਨ, ਜਿਨ ਸਤਿਗੁਰ ਭੇਟਿਆ, ਜਿਨ੍ਹਾਂ ਨੂੰ ਪੂਰਾ ਸਤਿਗੁਰੂ ਮਿਲਿਆ ਹੈ। ਰੰਗ ਰਲੀਆ ਮਾਣੈ ਉਹ ਆਨੰਦ ਮਾਣਦੇ ਨੇ, ਖੁਸ਼ੀਆਂ ਮਾਣਦੇ ਨੇ। ਜਾਂ ਫਿਰ ਉਹ ਨਾਮ ਜਪ ਕੇ, ਜਿਨ੍ਹਾਂ ਨੂੰ ਸਤਿਗੁਰੂ ਮਿਲ ਪਏ, ਉਹ ਨਾਮ ਜਪ ਕੇ ਆਨੰਦ ਵਿੱਚ ਲੀਨ ਹੋ ਕੇ ਖੁਸ਼ੀਆਂ ਮਾਣਦੇ ਹਨ। ਸਤਿਗੁਰ ਦਾਤਾ ਆਖੀਐ। ਸਤਿਗੁਰੂ ਹੀ ਅੰਮ੍ਰਿਤ ਰੂਪੀ ਨਾਮ ਨੂੰ ਦੇਣ ਵਾਲਾ ਦਾਤਾ ਹੈ, ਬ੍ਰਹਮ ਗਿਆਨ ਦਾ ਦਾਤਾ ਹੈ, ਮੁਕਤੀ ਦਾ ਦਾਤਾ ਹੈ। ਸਾਰੇ ਖਜ਼ਾਨੇ ਦੇਣ ਵਾਲਾ ਉਹ ਸਤਿਗੁਰੂ ਹੀ ਹੈ। ਹੁਣ ਲੋੜ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਯੋਗ ਬਣਾ ਕੇ ਗੁਰੂ ਤੋਂ ਦਾਤ ਲੈਣੀ। ਪਰ ਗੁਰਦੇਵ ਫਰਮਾਉਂਦੇ ਹਨ ਕਿ ਸਤਿਗੁਰੂ ਹੀ ਸਾਰੀਆਂ ਦਾਤਾਂ ਦੇਣ ਵਾਲੇ ਹਨ। ਤੁਸ ਕਰੇ ਪਸਾਉ। ਦਾਤ ਕਿਹਦੀ ਝੋਲੀ ਵਿੱਚ ਪਾਉਂਦੇ ਨੇ? ਤੁਸ ਕਰੇ ਪਸਾਉ, ਜਿਹਦੇ ਤੇ ਪ੍ਰਸੰਨ ਹੋ ਜਾਣ, ਉਹਦੇ ਤੇ ਕਿਰਪਾ ਕਰਦੇ, ਉਹਦੇ ਝੋਲੀ ਵਿੱਚ ਦਾਤ ਪਾ ਦਿੰਦੇ ਹਨ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੁਏਤ ਖਜ਼ਾਨੇ ਲਿਆ ਰਲਾਏ। ਜਿਸ ਤਰ੍ਹਾਂ ਮਾਤਾ ਸੁਲੱਖਣੀ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਸਤਿਗੁਰਾਂ ਨੇ ਕਹਿ ਦਿੱਤਾ ਸੀ, ਮਾਈ ਤੇਰੇ ਭਾਗਾਂ ਵਿੱਚ ਪੁੱਤ ਨਹੀਂ। ਫਿਰ ਭਾਈ ਗੁਰਦਾਸ ਸਾਹਿਬ ਮਿਲੇ, ਕਹਿੰਦੇ ਮਾਤਾ ਜਿਨ੍ਹਾਂ ਸਤਿਗੁਰਾਂ ਦੇ ਦੀਦਾਰ ਕਰਕੇ ਤੂੰ ਉਦਾਸ ਹੋ ਕੇ ਆ ਰਹੀ ਹੈ, ਉਹਨਾਂ ਸਤਿਗੁਰਾਂ ਦੇ ਦੀਦਾਰ ਕਰਕੇ ਤਾਂ ਜਨਮਾਂ ਜਨਮਾਂਤਰਾਂ ਦੇ ਦੁੱਖ ਦੂਰ ਹੋ ਜਾਂਦੇ, ਤੂੰ ਕਿਉਂ ਉਦਾਸ ਹੈ? ਆਪਣੀ ਵਾਰਤਾ ਅੱਗੇ ਰੱਖ ਦਿੱਤੀ। ਭਾਈ ਸਾਹਿਬ ਜੀ ਕਹਿਣ ਲੱਗੇ, ਕੱਲ ਨੂੰ ਜਾਈ ਤੇ ਆਹ ਜੁਗਤ ਵਰਤੀ। ਇਸੇ ਤਰ੍ਹਾਂ ਹੀ ਕੀਤਾ। ਅਗਲੇ ਦਿਨ ਗਈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸ਼ਿਕਾਰ ਲਈ ਜਾ ਰਹੇ ਹਨ। ਮਹਾਰਾਜ ਦੇ ਘੋੜੇ ਦੇ ਅੱਗੇ ਖਲੋ ਗਈ ਤੇ ਉਸ ਵੇਲੇ ਉਹਨੇ ਸੱਦ ਪੜੀ ਹੈ, ਚਿੱਟੀਏ ਦਾੜੀਏ ਸਸੀਏ ਪੱਗੇ, ਅਰਜ ਕਰੇਂਦੀ ਹਾਂ ਸਤਿਗੁਰ ਅੱਗੇ, ਨਾਮ ਸੁਲੱਖਣੀ ਵਸਦੀਆਂ ਚੱਬੇ, ਅਫਲ ਜਾਂਦੀ ਨੂੰ ਫਲ ਲੱਗੇ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮੁਸਕਰਾ ਪਏ। ਮਹਾਰਾਜ ਕਹਿੰਦੇ, ਮਾਈ ਤੈਨੂੰ ਕੱਲ ਕਿਹਾ ਸੀ ਭਾਗਾਂ ਵਿੱਚ ਪੁੱਤਰ ਨਹੀਂ। ਕਹਿਣ ਲੱਗੀ, ਸਤਿਗੁਰੂ ਕਲਮ ਤੇ ਦਵਾਤ ਅੱਗੇ ਕਰ ਦਿੱਤੀ, ਸ਼ਾਹੀ ਅੱਗੇ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ, ਇਹ ਕੀ? ਤੇ ਮਾਈ ਕਹਿਣ ਲੱਗੀ, ਸਤਿਗੁਰੂ ਤੂੰ ਹੀ ਲੋਕ ਪਰਲੋਕ ਦਾ ਦਾਤਾ ਹੈ। ਮੈਂ ਜਾਣਦੀ ਹਾਂ ਕਿ ਇੱਥੇ ਦੇਣ ਵਾਲਾ ਵੀ ਤੂੰ ਤੇ ਉੱਥੇ ਦੇਣ ਵਾਲਾ ਵੀ ਤੂੰ, ਉੱਥੇ ਦੇਣ ਵਾਲਾ ਵੀ ਤੂੰ, ਇੱਥੇ ਦੇਣ ਵਾਲਾ ਵੀ ਤੂੰ। ਸਤਿਗੁਰੂ ਜੇ ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦੇ। ਦੇਖ ਕੇ ਸਤਿਗੁਰੂ ਮਾਈ ਦੀ ਸ਼ਰਧਾ ਇੰਨੇ ਪ੍ਰਸੰਨ ਹੋਏ। 7 ਪੁੱਤਰਾਂ ਦੀ ਦਾਤ ਗੁਰੂ ਹਰਗੋਬਿੰਦ ਸਾਹਿਬ ਨੇ ਝੋਲੀ ਵਿੱਚ ਪਾਈ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਇੱਥੇ ਫਰਮਾਉਂਦੇ ਨੇ, ਸਤਿਗੁਰ ਦਾਤਾ ਆਖੀਏ। ਸਤਿਗੁਰੂ ਤਾਂ ਦਾਤਾ ਹੈ, ਪਰ ਦਾਤ ਕਿਹਦੀ ਝੋਲੀ ਵਿੱਚ ਪਾਉਂਦੇ ਨੇ? ਤੁਸ ਕਰੇ ਪਸਾਉ। ਜਿਹਦੀ ਸ਼ਰਧਾ ਦੇਖ ਕੇ ਪ੍ਰਸੰਨ ਹੋ ਜਾਣ, ਉਹਦੇ ਤੇ ਕਿਰਪਾਲੂ ਹੁੰਦੇ ਹਨ। ਹਉ ਗੁਰ ਵਿਟਹੁ ਸਦ ਵਾਰਿਆ। ਮੈਂ ਆਪਣੇ ਗੁਰਾਂ ਤੋਂ ਸਦਾ ਵਾਰਨੇ ਜਾਂਦਾ ਹਾਂ। ਜਿਨ ਦਿੱਤੜਾ ਨਾਮ। ਜਿਨ੍ਹਾਂ ਨੇ ਅੰਮ੍ਰਿਤ ਰੂਪੀ ਨਾਮ ਮੈਨੂੰ ਬਖਸ਼ਿਆ ਹੈ, ਸੋ ਧੰਨ ਗੁਰੂ ਸਾਬਾਸ ਹੈ। ਉਹ ਸਤਿਗੁਰੂ ਧੰਤਾ ਦੇ ਯੋਗ ਨੇ। ਉਹਨਾਂ ਤੋਂ ਮੈਂ ਉਹਨਾਂ ਦੀ ਸ਼ਲਾਘਾ ਕਰਦਾ ਹਾਂ। ਹਰ ਦੇ ਸਨੇਹਾ। ਜਿਨ੍ਹਾਂ ਨੇ ਹਰੀ ਪਰਮਾਤਮਾ ਦੀ ਪ੍ਰਾਪਤੀ ਦਾ ਸੰਦੇਸ਼ ਮੈਨੂੰ ਦਿੱਤਾ ਹੈ। ਹਉ ਵੇਖ ਵੇਖ ਗੁਰੂ ਵਿਗਸਿਆ। ਮੈਂ ਆਪਣੇ ਸਤਿਗੁਰਾਂ ਦੇ ਦਰਸ਼ਨ ਕਰਕੇ ਉਹਨਾਂ ਦੇ ਸਰੂਪ ਨੂੰ ਦੇਖ ਕੇ ਪ੍ਰਸੰਨ ਹੁੰਦਾ ਹਾਂ। ਗੁਰ ਸਤਿਗੁਰ ਦੇਹਾ। ਅਤੇ ਸਤਿਗੁਰਾਂ ਦੀ ਦੇਹਾ 3 ਰੂਪ ਹੈ। ਮੋਹੇ ਕੋ ਸੁਨੋ ਆਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੂੰ ਤੁਹੇ ਸਮਝਾਏ। ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਦੇ ਬਚਨ। ਰਹਿਤਨਾਮਾ ਭਾਈ ਨੰਦ ਲਾਲ ਜੀ ਮਹਾਰਾਜ। ਸਰੂਪ ਆਪ ਜੀ ਦੇ ਕਿੰਨੇ? ਤੇ ਗੁਰੂ ਕਲਗੀਧਰ ਸਾਹਿਬ ਕਹਿੰਦੇ 3 ਨੇ। ਇੱਕ ਸਰੂਪ ਜਿਹੜਾ ਹੈ, ਤਿਹੋ ਗੁਣ ਤੇ ਪਰੇ, ਨੇਤ ਨੇਤ ਜਿਹ ਨਿਗਮ ਉਚਰੇ। ਜਿਹਨੂੰ ਵੇਦ ਵੀ ਬੇਅੰਤ ਕਹਿੰਦੇ ਨੇ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੀ। ਦੂਸਰ ਰੂਪ ਗ੍ਰੰਥ ਜੀ ਜਾਨ। ਜੋ ਸਿੱਖ ਦਰਸ਼ਨ ਕੀ ਚਾਹੈ, ਦਰਸ਼ਨ ਕਰੈ ਗ੍ਰੰਥ ਜੀ ਆਹੈ। ਜਿਹਨੂੰ ਮੇਰੇ ਦਰਸ਼ਨਾਂ ਦੀ ਇੱਛਾ ਹੈ, ਉਹ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੇ।
ਫਿਰ ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰਤ ਜਿਹ ਨਿਸ ਭੌਰ। ਜਿਹੜੇ ਦਿਨ ਰਾਤ ਗੁਰਬਾਣੀ ਦੇ ਵਿੱਚ ਜਿਨ੍ਹਾਂ ਦੇ ਮਨ ਰੰਗੇ ਰਹਿੰਦੇ ਨੇ ਉਹ ਗੁਰਸਿੱਖ ਮੇਰਾ ਆਪਣਾ ਰੂਪ ਨੇ। ਇੰਨੀ ਕਿਰਪਾ ਗੁਰੂ ਕਲਗੀਧਰ ਸਾਹਿਬ ਜੀ ਨੇ ਕੀਤੀ ਹੈ। ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸੇ ਨੂੰ ਗੁਰਤਾ ਗੁਰੂ ਕਲਗੀਧਰ ਸਾਹਿਬ ਜੀ ਨੇ ਆਪ ਦਿੱਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਤਿਗੁਰੂ ਕਹਿੰਦੇ ਮੇਰਾ ਆਪਣਾ ਸਾਡਾ ਸਰੂਪ ਹੈ, ਇੱਕ ਸਰੂਪ ਜਿਹੜਾ ਤਿੰਨਾਂ ਗੁਣਾਂ ਤੋਂ ਪਰੇ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ, ਸਰਗੁਣ ਨਿਰਗੁਣ ਅਤੇ ਗੁਰ ਸ਼ਬਦ ਰੂਪ ਨੂੰ ਦੇਖ ਕਰਕੇ ਅਸੀਂ ਬਲਿਹਾਰਨੇ ਜਾਂਦੇ ਹਾਂ, ਪ੍ਰਸੰਨ ਹੁੰਦੇ ਹਾਂ। ਗੁਰ ਰਸਨਾ ਅੰਮ੍ਰਿਤ ਬੋਲਦੀ, ਗੁਰੂ ਦੀ ਰਸਨਾ ਅੰਮ੍ਰਿਤਮਈ ਬੋਲ ਬੋਲਦੀ ਹੈ। ਹਰ ਨਾਮ ਸੁਹਾਵੀ, ਅਤੇ ਨਾਮ ਹੀ ਜਿਹੜਾ ਹੈ ਉਹ ਗੁਰੂ ਦੀ ਰਸਨਾ ਤੇ ਸ਼ੋਭਨੀਕ ਹੈ, ਜਾਂ ਨਾਮ ਜਪ ਕਰਕੇ ਰਸਨਾ ਸ਼ੋਭਨੀਕ ਹੁੰਦੀ ਹੈ। ਜਿਨ ਸੁਣ ਸਿੱਖਾ ਗੁਰ ਮੰਨਿਆ, ਜਿਨ੍ਹਾਂ ਸਿੱਖਾਂ ਨੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮੰਨਿਆ ਹੈ, ਤਿਨਾ ਭੁੱਖ ਸਭ ਜਾਵੀ, ਉਹਨਾਂ ਦੀ ਲੋਕ ਪਰਲੋਕ ਦੀ ਤ੍ਰਿਸ਼ਨਾ ਦੀ ਭੁੱਖ ਮਿਟ ਜਾਂਦੀ ਹੈ। ਹਰ ਕਾ ਮਾਰਗ ਆਖੀਐ, ਹਰੀ ਪਰਮਾਤਮਾ ਦੀ ਪ੍ਰਾਪਤੀ ਦਾ ਮਾਰਗ ਬ੍ਰਹਮ ਗਿਆਨ ਆਖੀਦਾ ਹੈ। ਕਹੋ ਕਿਤ ਬਿਦ ਜਾਈਐ, ਹੁਣ ਜਗਿਆਸੂ ਰੂਪ ਹੋ ਕੇ ਪ੍ਰਸ਼ਨ ਕਰਦੇ ਨੇ ਕਿ ਦੱਸੋ ਕਿਸ ਬੇਦੀ ਦੇ ਨਾਲ, ਕਿਸ ਤਰੀਕੇ ਦੇ ਨਾਲ ਉਸ ਰਸਤੇ ਤੇ ਜਾਣਾ ਕਰੀਦਾ ਹੈ। ਹਰ ਹਰ ਤੇਰਾ ਨਾਮ ਹੈ, ਇੱਥੇ ਉੱਤਰ ਦਿੰਦੇ ਹਨ ਕਿ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਹਰੀ ਪਰਮਾਤਮਾ ਦਾ ਨਾਮ ਹੀ ਤੇਰਾ ਲੋਕ ਪਰਲੋਕ ਦਾ ਸਹਾਇਕ ਹੈ। ਹਰ ਖਰਚ ਲੈ ਜਾਈਐ, ਤੇ ਉਸ ਦਾ ਨਾਮ ਹੀ ਜਿਹੜਾ ਹੈ ਉਹ ਬ੍ਰਹਮ ਗਿਆਨ ਰੂਪੀ ਜਿਹੜਾ ਰਸਤਾ ਹੈ ਉਹਦੀ ਪ੍ਰਾਪਤੀ ਦਾ ਉਹ ਖਰਚ ਲਜਾਈਦਾ ਹੈ। ਜਿਨ ਗੁਰਮੁਖ ਹਾਰਿਆ ਰਾਧਿਆ, ਜਿਨ੍ਹਾਂ ਗੁਰਮੁਖਾਂ ਨੇ ਹਰੀ ਪਰਮਾਤਮਾ ਨੂੰ ਅਰਾਧਿਆ ਹੈ, ਸੇ ਸਾਹ ਵੱਡ ਦਾਣੇ, ਉਹੀ ਵੱਡੇ ਸ਼ਾਹੂਕਾਰ ਨੇ ਤੇ ਵੱਡੇ ਦਾਣੇ ਸਿਆਣੇ ਹਨ। ਕੌਣ ਸਿਆਣੇ ਨੇ? ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਧਿਆਇਆ ਹੈ। ਹਉ ਸਤਿਗੁਰ ਕਉ ਸਦ ਵਾਰਿਆ, ਮੈਂ ਆਪਣੇ ਸਤਿਗੁਰਾਂ ਤੋਂ ਸਦਾ ਵਾਰਨੇ ਜਾਂਦਾ ਹਾਂ। ਗੁਰ ਬਚਨ ਸਮਾਣੇ, ਜਿਨ੍ਹਾਂ ਗੁਰਾਂ ਦੇ ਬਚਨਾਂ ਦੇ ਨਾਲ ਹਰੀ ਪਰਮਾਤਮਾ ਵਿੱਚ ਸਮਾ ਜਾਈਦਾ ਹੈ। ਤੂੰ ਠਾਕੁਰ ਤੂੰ ਸਾਹਿਬ, ਇੱਥੇ ਪਰਮਾਤਮਾ ਦੀ ਉਸਤਤ ਕਰਦੇ ਹਨ ਕਿ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ, ਐ ਪਰਮਾਤਮਾ ਜੀ ਤੂੰ ਠਾਕੁਰ ਤੂੰ ਸਾਹਿਬ, ਤੁਸੀਂ ਹੀ ਭੂਤਕਾਲ ਸਮੇਂ ਦੇ ਵਿੱਚ ਮੇਰੇ ਮਾਲਕ ਸੀ, ਤੁਸੀਂ ਹੀ ਵਰਤਮਾਨ ਦੇ ਵਿੱਚ ਮੇਰੇ ਸੁਆਮੀ ਹੋ। ਤੂੰ ਹੈ ਮੇਰਾ ਮੀਰਾ, ਅਤੇ ਵਰਤਮਾਨ ਵਿੱਚ ਵੀ ਤੂੰ ਹੀ ਮੇਰਾ ਮੀਰਾ ਪਾਤਸ਼ਾਹ ਹੋਵੇਂਗਾ। ਐ ਵਾਹਿਗੁਰੂ ਤੂੰ ਹੀ ਸਤਜੁਗ ਦੇ ਵਿੱਚ ਮੇਰਾ ਸੁਆਮੀ ਸੀ, ਤੁਸੀਂ ਹੋ ਤ੍ਰੇਤੇ ਦੇ ਵਿੱਚ ਮੇਰੇ ਮਾਲਕ ਸੀ, ਤੇ ਹੁਣ ਕਲਯੁਗ ਦੇ ਵਿੱਚ ਵੀ ਤੁਸੀਂ ਹੀ ਮੇਰੇ ਪਾਤਸ਼ਾਹ ਹੋ। ਤੁਧ ਭਾਵੈ ਤੇਰੀ ਬੰਦਗੀ, ਤੁਹਾਨੂੰ ਤੁਹਾਡੀ ਬੰਦਗੀ ਹੀ ਭਾਵਦੀ ਹੈ। ਤੂੰ ਗੁਣੀ ਗਹੀਰਾ, ਤੁਸੀਂ ਗੁਣਾਂ ਦੇ ਸਮੁੰਦਰ ਹੋ। ਆਪੇ ਹਰ ਇੱਕ ਰੰਗ ਹੈ, ਆਪੇ ਹਰੀ ਪਰਮਾਤਮਾ ਇੱਕ ਰੰਗ ਭਾਵ ਆਪ ਹੀ ਨਿਰਗੁਣ ਸਰੂਪ ਹੋ। ਆਪੇ ਬਹੁ ਰੰਗੀ, ਤੇ ਆਪੇ ਬਹੁ ਰੰਗੀ ਤੇ ਜਿਹੜਾ ਬਹੁਤਾ ਪਸਾਰਾ ਸਰਗੁਣ ਸਰੂਪ ਹੈ ਇਹ ਵੀ ਤੁਹਾਡਾ ਆਪਣਾ ਹੈ। ਆਪੇ ਹਰ ਇੱਕ ਰੰਗ ਹੋ। ਇਸੇ ਤਰ੍ਹਾਂ ਤੁਰੀਆ ਪਦ ਦੇ ਵਿੱਚ ਜਾਂ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਆਪ ਹੀ ਰੰਗੇ ਹੋਏ ਹੋ। ਤੇ ਆਪੇ ਬਹੁ ਰੰਗੀ ਤੇ ਜਿਹੜਾ ਪਸਾਰਾ ਪਸਾਰਿਆ ਸੰਸਾਰ ਦਾ, ਇਸ ਵਿੱਚ ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੀ ਬਹੁਰੰਗੀ ਹੋ। ਜੋ ਤਿਸ ਭਾਵੈ ਨਾਨਕਾ, ਜੋ ਤਿਸ ਉਸ ਪ੍ਰਭੂ ਨੂੰ ਭਾਵਦਾ ਹੈ, ਸਾਈ ਗੱਲ ਚੰਗੀ। ਉਹੀ ਗੱਲ ਸਾਡੇ ਲਈ ਚੰਗੀ ਹੈ ਜਿਹੜੀ ਮਾਲਕ ਨੂੰ ਭਾਵਦੀ ਹੈ। ਉਹਦੀ ਰਜਾ ਵਿੱਚ ਚੱਲ ਕੇ, ਉਹਦੇ ਹੁਕਮ ਦੇ ਵਿੱਚ ਚੱਲ ਕੇ ਹੀ ਸਾਰੇ ਜਿਹੜੇ ਕਾਰਜ ਹਨ ਉਹ ਰਾਸ ਹੁੰਦੇ ਹਨ। ਇਹ ਸੋਢੀ ਸੁਲਤਾਨ ਪਿਤਾ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਦਾਰ ਵਾਸਤੇ ਪਾਵਨ ਮੁਖ ਵਾਕ ਦੀ ਦਾਤ ਜੋ ਹੈ ਉਹ ਸਾਡੀ ਝੋਲੀ ਦੇ ਵਿੱਚ ਪਾਈ ਹੈ। ਆਓ ਗੁਰ ਸੰਗਤ ਜੀ, ਜੋ ਲੜੀਵਾਰ ਕਥਾ ਚੱਲ ਰਹੀ ਹੈ ਉਸ ਕਥਾ ਵਿੱਚੋਂ ਇੱਕ ਸ਼ਬਦ ਸਰਵਣ ਕਰੀਏ ਜੀ। ਠਾਕੁ ਮਨੁਆ ਰਾਖੁ ਠਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਸੰਗਤ ਜੀ, ਇਟਾਰਸੀ ਤੋਂ ਅੱਗੇ ਨਰਮਦਾ ਨਦੀ ਦੇ ਕੰਢੇ ਤੇ ਇਹ ਅਸਥਾਨ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਜਿੱਥੇ ਬੇਅੰਤ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਨੇ, ਜਿੱਥੇ ਮਹਾਰਾਜ ਜੀ ਨੇ ਦੱਖਣੀ ਓੰਕਾਰ
ਇਹ ਬਾਣੀ ਉਚਾਰਨ ਕੀਤੀ ਹੈ। ਉਪਦੇਸ਼ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਠਾਕੋ ਮਨੂਆ ਰਾਖੋ ਠਾਏ। ਇਸ ਮਨ ਨੂੰ ਵਿਸ਼ਿਆਂ ਵੱਲੋਂ ਵਿਕਾਰਾਂ ਵੱਲੋਂ ਠਾਕੋ ਰੋਕ ਲਾ ਕੇ ਰਾਖੋ ਠਾਏ ਤੇ ਟਿਕਾਣੇ ਰੱਖਣਾ ਕਰੋ। ਸਤ ਸੰਗਤ ਰੂਪੀ ਟਿਕਾਣੇ ਦੇ ਵਿੱਚ ਰੱਖੋ। ਠਹਿਕ ਮੋਈ ਅਵਗੁਣ ਪਛਤਾਏ। ਜਿਹੜੀਆਂ ਅਵਗੁਣ ਵਾਲੀਆਂ ਜੀਵ ਰੂਪ ਇਸਤਰੀਆਂ ਹਨ ਤੇ ਉਹ ਇਸੇ ਤਰ੍ਹਾਂ ਠਹਿਕ ਮੋਈ ਤੇ ਇਸੇ ਪ੍ਰਕਾਰ ਹਿਲ ਹਿਲ ਕੇ ਵਿਕਾਰਾਂ ਵਿੱਚ ਵਿਸ਼ਿਆਂ ਦੇ ਵਿੱਚ ਮੋਈ ਮਰ ਰਹੀਆਂ ਨੇ, ਪਛਤਾਉਂਦੀਆਂ ਹੋਈਆਂ ਮਰਦੀਆਂ ਨੇ। ਠਾਕੁਰ ਏਕ ਸਬਾਈ ਨਾਰ। ਉਹ ਇੱਕ ਮਾਲਕ ਪਰਮੇਸ਼ਰ ਆਪ ਠਾਕੁਰ ਹੈ, ਸਾਰਿਆਂ ਦਾ ਮਾਲਕ ਹੈ। ਸਬਾਈ ਨਾਰ ਬਾਕੀ ਸਾਰੀਆਂ ਜੀਵ ਰੂਪ ਇਸਤਰੀਆਂ ਹਨ। ਬਹੁਤੇ ਵੇਸ ਕਰੇ ਕੂੜਿਆਰ। ਤੇ ਜਿਸ ਤਰ੍ਹਾਂ ਝੂਠ ਵਾਲੀ ਇਸਤਰੀ ਬਹੁਤੇ ਭੇਸ ਧਾਰਨ ਕਰਦੀ ਹੈ, ਬੜੇ ਹਾਰ ਸ਼ਿੰਗਾਰ ਕਰਦੀ, ਪਰ ਕੱਲੇ ਹਾਰ ਸ਼ਿੰਗਾਰ ਦੇ ਨਾਲ ਤੇ ਪਤੀ ਦੀ ਪ੍ਰਸੰਨਤਾ ਨਹੀਂ ਨਾ ਲੈਂਦੀ। ਇਸੇ ਤਰ੍ਹਾਂ ਜਿਹੜੀਆਂ ਝੂਠ ਦੀ ਪ੍ਰਾਪਤੀ ਵਾਲੀਆਂ ਜੀਵ ਰੂਪ ਇਸਤਰੀਆਂ ਬਹੁਤੇ ਸਰੀਰ ਤੇ ਹਾਰ ਸ਼ਿੰਗਾਰ ਕਰਕੇ ਦਿਖਾਉਂਦੀਆਂ ਨੇ, ਬੜੇ ਹਾਰ ਸ਼ਿੰਗਾਰ ਕਰਦੀਆਂ ਹਨ। ਪਰ ਘਰ ਜਾਤੀ ਠਾਕੁਰ ਹਾਈ। ਅਤੇ ਉਹ ਪ੍ਰਭੂ ਨੂੰ ਸ਼ੋਕ ਭਾਵਦੀਆਂ ਨਹੀਂ। ਅੱਗੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਪਰ ਘਰ ਜਾਤੀ ਜਿਨ੍ਹਾਂ ਨੇ ਆਪਣੀ ਬਿਰਤੀ ਨੂੰ ਪਰਾਇਆ ਘਰਾਂ ਤੋਂ ਜਾਣ ਤੋਂ ਰੋਕ ਲਿਆ, ਠਾਕ ਪਾ ਦਿੱਤੀ, ਰੋਕ ਲਾ ਦਿੱਤੀ। ਐਵੇਂ ਨਹੀਂ ਕੋ ਹੰਨੇ ਦੀ, ਕੋ ਬੰਨੇ ਦੀ, ਕੋ ਪਹਾੜਾਂ ਵਾਲੇ ਰੰਨੇ ਦੀ, ਢੋਲ ਢਮੱਕਾ ਸਰਵਰ ਦਾ। ਜਿੱਧਰ ਕਿਸੇ ਦੀ ਗੱਲ ਸੁਣੀ ਉੱਠ ਕੇ ਤੁਰ ਪਏ, ਉਹਨਾਂ ਤੇ ਪ੍ਰਭੂ ਦੀ ਖੁਸ਼ੀ ਨਹੀਂ ਹੁੰਦੀ। ਪਰ ਘਰ ਜਾਤੀ ਠਾਕ ਰਹਾਈ, ਜਿਨ੍ਹਾਂ ਨੇ ਆਪਣੀ ਬੁੱਧੀ ਨੂੰ ਆਪਣੀ ਬਿਰਤੀ ਨੂੰ ਪਰਾਏ ਘਰਾਂ ਤੋਂ ਜਾਣ ਤੋਂ ਰੋਕ ਲਿਆ, ਦੇਵੀ ਦੇਵਤਿਆਂ ਦੇ ਹੋਰ ਅਸਥਾਨਾਂ ਤੇ ਜਾਣ ਤੋਂ ਰੋਕ ਲਿਆ ਹੈ। ਮਹਿਲ ਬੁਲਾਈ ਠਾਕ ਨਾ ਪਾਈ। ਉਹ ਜੀਵ ਰੂਪ ਇਸਤਰੀਆਂ ਪ੍ਰਭੂ ਨੇ ਆਪਣੇ ਸਰੂਪ ਰੂਪੀ ਮਹਿਲ ਦੇ ਵਿੱਚ ਬੁਲਾਈਆਂ ਤੇ ਫਿਰ ਕਾਮ ਕ੍ਰੋਧ ਦੇ ਤਿਆਦਕ ਉਹਨਾਂ ਨੂੰ ਰੋਕ ਨਹੀਂ ਸਕੇ। ਸ਼ਬਦ ਸਵਾਰੀ ਸਾਚ ਪਿਆਰੀ। ਉਹ ਫਿਰ ਜੀਵ ਰੂਪ ਇਸਤਰੀ ਪ੍ਰਭੂ ਨੇ ਸ਼ਬਦ ਸਵਾਰੀ ਤੇ ਉਸ ਨੂੰ ਸ਼ਬਦ ਦੇ ਨਾਲ ਸਵਾਰ ਦਿੱਤਾ। ਉਹੀ ਸੱਚੀਆਂ ਫਿਰ ਪ੍ਰਭੂ ਨੂੰ ਪਿਆਰੀਆਂ ਲੱਗੀਆਂ ਨੇ। ਸਾਈ ਸੁਹਾਗਣ ਠਾਕੁਰ ਧਾਰੀ। ਉਹੀ ਸੁਹਾਗਣਾ ਹਨ ਕੌਣ? ਠਾਕੁਰ ਧਾਰੀ। ਜਿਹੜੀਆਂ ਇਸਤਰੀਆਂ ਆਪਣੇ ਪਤੀ ਦੇ ਆਸਰੇ ਰਹਿੰਦੀਆਂ ਨੇ, ਮਹਾਰਾਜ ਕਹਿੰਦੇ ਉਹ ਸੁਹਾਗਵੰਤੀਆਂ ਨੇ। ਜਿਸ ਤਰ੍ਹਾਂ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਦੀਵਾਨ ਸਜਿਆ ਸੀ ਤੇ ਉੱਥੇ ਮਹਾਰਾਜ ਜੀ ਨੇ ਬਚਨ ਕਹੇ ਸਨ ਕਿ ਕੋਈ ਇਸਤਰੀ ਜਿਹੜੀ ਪਤੀ ਬ੍ਰਤ ਦੇ ਵਿੱਚ ਪੂਰਨ ਹੋਵੇ, ਸੋ ਉਹਦੇ ਤੇ ਮਾਲਕ ਦੀ ਪ੍ਰਸੰਨਤਾ ਹੁੰਦੀ ਹੈ। ਤੇ ਜਿਹਨੇ ਕਦੇ ਮਰਦ ਦਾ ਮੂੰਹ ਨਾ ਫਟਕਾਰਿਆ ਹੋਵੇ, ਇੱਕ ਔਰਤ ਉੱਠ ਕੇ ਖਲੋਤੀ ਹੱਥ ਜੋੜ ਕੇ ਕਹਿਣ ਲੱਗੀ, ਮਹਾਰਾਜ ਮੇਰੇ ਤੇ ਤੁਹਾਡੀ ਕਿਰਪਾ ਹੈ ਸਤਿਗੁਰੂ, ਤੁਹਾਡੀ ਕਿਰਪਾ ਦੇ ਨਾਲ ਜਤ ਸਤ ਦੇ ਵਿੱਚ ਪੂਰਨ ਹਾਂ ਤੇ ਮਨ ਨੂੰ ਵੀ ਕਦੇ ਡੋਲਣ ਨਹੀਂ ਦਿੱਤਾ ਸ਼ਬਦ ਦੇ ਅਭਿਆਸ ਦੇ ਨਾਲ। ਉਸ ਵੇਲੇ ਸਾਰੀ ਵਾਰਤਾ ਦੱਸੀ ਸੀ। ਪ੍ਰਸੰਗ ਤਾਂ ਵੱਡਾ ਹੈ ਪਰ ਸਮਾਂ ਇੱਥੇ ਸਮਾਪਤ ਹੋ ਚੁੱਕਿਆ ਹੈ। ਸਤਿਗੁਰੂ ਜੀ ਨੇ ਕਿਹਾ ਸੀ ਸੰਗਤਾਂ ਨੂੰ ਦਰਸਾਉਣ ਵਾਸਤੇ ਕਿ ਸਾਹਮਣੇ ਜਿਹੜਾ ਸੁੱਕਾ ਬੋੜ ਦਾ ਰੁੱਖ ਹੈ, ਉੱਥੇ ਪੁੱਤਰ ਪਰਦਾ ਕਰਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰ। ਜਦੋਂ ਉਸ ਨੇ ਉੱਥੇ ਪਰਦਾ ਕਰਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਸੁੱਕਾ ਬੋੜ ਵੀ ਜਿਹੜਾ ਰੁੱਖ ਸੀ ਉਹ ਹਰਿਆ ਹੋ ਗਿਆ ਸੀ। ਇਹ ਗੁਰਦੇਵ ਨੇ ਜਤ ਸਤ ਦੀਆਂ ਨਿਸ਼ਾਨੀਆਂ ਦਰਸਾਈਆਂ ਸਨ। ਮਹਾਰਾਜ ਕਹਿੰਦੇ ਸੁਹਾਗਣੀਆਂ ਉਹ ਹਨ ਠਾਕੁਰ ਧਾਰੀ, ਜਿਹੜੀਆਂ ਆਪਣੇ ਠਾਕੁਰ ਪਤੀ ਦੇ ਆਸਰੇ ਰਹਿੰਦੀਆਂ ਹਨ, ਜਿਨ੍ਹਾਂ ਨੂੰ ਹੋਰ ਕਿਸੇ ਤੇ ਮਾਣ ਨਹੀਂ, ਹੋਰ ਕਿਸੇ ਤੇ ਭਰੋਸਾ ਨਹੀਂ, ਕੇਵਲ ਇੱਕ ਆਪਣੇ ਪ੍ਰਭੂ ਤੇ ਜਿਹੜੀਆਂ ਜੀਵ ਰੂਪ ਇਸਤਰੀਆਂ ਮਾਣ ਰੱਖਦੀਆਂ ਨੇ, ਉਹੀ ਜੀਵ ਰੂਪ ਇਸਤਰੀਆਂ ਪ੍ਰਭੂ ਨੇ ਆਪਣੇ ਸਰੂਪ ਦੇ ਵਿੱਚ ਭੇਦ ਕੀਤੀਆਂ ਨੇ, ਉਹੀ ਸੁਹਾਗਵੰਤੀਆਂ ਨੇ। ਇਹ ਬਖਸ਼ਿਸ਼ ਸਤਿਗੁਰੂ ਨੇ, ਸਤਿਗੁਰਾਂ ਨੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਅੰਦਰ ਕੀਤੀ ਹੈ। ਸਤਿਗੁਰੂ ਕਿਰਪਾ ਕਰਨ। ਅਰਦਾਸ ਕਰੀਏ ਜੋ ਉਪਦੇਸ਼ ਸਤਿਗੁਰਾਂ ਨੇ ਸਾਡੀ ਝੋਲੀ ਪਾਇਆ, ਦਿੱਤਾ ਉਪਦੇਸ਼ ਸਤਿਗੁਰਾਂ ਦਾ ਸਾਡੇ ਹਿਰਦਿਆਂ 'ਚ ਵਸ ਜਾਵੇ। ਲੋਕ ਸੁਖੀ ਪਰ ਲੋਕ ਸੁਹੇਲੇ ਹੋ ਸਕਣ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਆਪ ਸਮੁੱਚੀਆਂ ਸੰਗਤਾਂ ਦਾ, ਸਾਡੇ ਅਤੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਹੁਕਮ ਲਾ ਕੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਹਨ। ਲੇਖਾ ਕਤਹਿ ਨ ਛੂਟੀਐ ਖਿਨ ਖਿਨ ਪੂਲਨ ਹਾਰ, ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸ਼ਬਦ ਸਵਾਰੀ ਸਾਚ ਪਿਆਰੀ, ਸਾਈ ਸੁਹਾਗਣ ਠਾਕੁਰ ਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।